ਤਿਤ ਸਰਵਰ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੇ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨਾ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਨਾਹੋਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂ ਨਾਹੀ ਵਿਸਰਿਆ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀਓ ਲਖ ਨਿੰਦਕ ਲਖ ਬੇਮੁਖਾਂ ਦੂਤ ਦੁਸ਼ਟ ਲਖ ਲੂਣ ਹਰਾਮੀ ਸਵਾਮਿ ਤਰੋਹੀ ਅਕਿਰਤ ਕਹਣ ਚੋਰ ਯਾਰ ਲਖ ਲਖ ਪਹਿਨਾਮੀ ਬ੍ਰਾਹਮਣ ਗਾਈ ਵੰਸ਼ ਘਾਤ ਲਾਏ ਤਬਾਰ ਹਜ਼ਾਰ ਅਸਾਮੀ ਊੜਿਆਰ ਗੁਰ ਗੋਪ ਲਖ ਗੁਣਹਗਾਰ ਲਖ ਲਖ ਬਦਨਾਮੀ ਅਪਰਾਧੀ ਬਹੁ ਪਤਿਤ ਲਖ ਅਵਗੁਣਿਆਰ ਖੁਆਰ ਖੁਨਾਮੀ ਲਖ ਲਿਬਾਸੀ ਦਗਾਬਾਜ ਲਖ ਸ਼ੈਤਾਨ ਸਲਾਮ ਸਲਾਮੀ ਤੂੰ ਵੇਖੈ ਹਉ ਮੁਕਰਾਂ ਹਉ ਕਪਟੀ ਤੂੰ ਅੰਤਰ ਜਾਮੀ ਪਤਿਤ ਉਦਾਹਰਣ ਬਿਰਦ ਸੁਆਮੀ ਤੂੰ ਵੇਖੈ ਹਉ ਮੁਕਰਾਂ ਹਉ ਕਪਟੀ ਤੂੰ ਅੰਤਰ ਜਾਮੀ ਪਤਿਤ ਉਦਾਹਰਣ ਬਿਰਦ ਸੁਆਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ਼ ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਸਰੂਪ ਦੀਨ ਦੁਨੀਆ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਭਾਏਮਾਨ ਸਤਿਕਾਰਯੋਗ ਸਾਧ ਸੰਗਤ ਜੀਓ, ਆਪ ਜੀ ਭਾਗਸ਼ਾਲੀ ਹੋ ਜੋ ਕਿ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਲਾਭ ਪ੍ਰਾਪਤ ਕਰ ਰਹੇ ਹੋ। ਲੜੀਵਾਰ ਰੂਪ ਵਿੱਚ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਵਿੱਚ ਅੱਜ 17ਵੀਂ ਵਾਰ ਦੀ ਅਖੀਰਲੀ ਪੌੜੀ ਜੋ 21 ਨੰਬਰ ਹੈ, ਇਸ ਦੀ ਵਿਚਾਰ ਗੁਰੂ ਕਿਰਪਾ ਦੁਆਰਾ ਕੀਤੀ ਜਾਏਗੀ। ਜਿਵੇਂ ਕਿ ਕੱਲ ਬੇਨਤੀ ਕੀਤੀ ਗਈ ਸੀ, ਇਹ 17ਵੀਂ ਵਾਰ
ਇਹਦੇ ਵਿੱਚ ਬਹੁਤ ਹੀ ਤਿੱਖੇ ਸ਼ਬਦ ਵਰਤੇ ਗਏ ਨੇ ਭਾਈ ਗੁਰਦਾਸ ਜੀ ਦੁਆਰਾ। ਔਰ ਮਨੁੱਖੀ ਜੀਵਨ ਦੀ ਇੱਕ ਸਭ ਤੋਂ ਵੱਡੀ ਕਮਜ਼ੋਰੀ ਜਿਸ ਨੂੰ ਕਪਟ ਕਿਹਾ ਗਿਆ। ਕਪਟ ਦਾ ਅਰਥ ਹੈ ਬਾਹਰਲਾ ਹਿੱਸਾ ਹੋਰ ਤਰ੍ਹਾਂ ਦਾ ਦਿਸਦਾ ਹੈ, ਅੰਦਰਲਾ ਹਿੱਸਾ ਉਹਦੇ ਨਾਲ ਮੇਲ ਨਹੀਂ ਖਾਂਦਾ। ਸਰੀਰ ਦਾ ਪਹਿਰਾਵਾ ਹੋਰ ਹੈ, ਅੰਦਰਲਾ ਪਹਿਰਾਵਾ ਹੋਰ ਹੈ। ਦੋਵਾਂ ਦਾ ਜਿੰਨਾ ਚਿਰ ਜੋੜ ਨਹੀਂ ਬਣਦਾ ਉਹਨਾਂ ਚਿਰ ਸੰਬੰਧ ਧਰਮ ਨਾਲ ਬਣਨਾ ਬੜਾ ਮੁਸ਼ਕਲ। ਔਰ ਇਹ ਬਾਣੀ ਵਿੱਚ ਵਾਰ-ਵਾਰ ਇਸ ਔਗਣ ਦਾ ਬੰਦਾ ਸ਼ਿਕਾਰ ਹੈ। ਅਸੀਂ ਸਾਰੇ ਸ਼ਿਕਾਰ ਹਾਂ ਇਹਦੇ। ਆਮ ਤੌਰ ਤੇ ਕੀ ਹੁੰਦਾ, ਜਿੱਥੇ ਸਾਡਾ ਨੁਕਸ ਹੁੰਦਾ ਅਸੀਂ ਉਹਦੀ ਵਿਆਖਿਆ ਛੱਡਦੇ। ਆਦਮੀ ਦੀ ਇਹ ਖੋਜ ਹੈ, ਉਹ ਆਪਣੇ ਔਗਣਾਂ ਦੀ ਵਿਆਖਿਆ ਸਾਰਾ ਦਿਨ ਕਰਦਾ ਹੈ, ਆਪਣੇ ਗੁਣਾਂ ਦੀ ਵਿਆਖਿਆ ਸਾਰਾ ਦਿਨ ਕਰਦਾ, ਪਰ ਔਗਣਾਂ ਨੂੰ ਛੁਪਾ ਕੇ ਰੱਖਦਾ। ਤੇ ਜਦੋਂ ਬਾਣੀ ਪੜ੍ਹਦੇ ਆ ਤੇ ਹਜ਼ੂਰ ਕਹਿੰਦੇ ਨੇ ਗੁਰੂ ਤੋਂ ਬਿਨਾਂ ਤੇਰਾ ਪਾਰ ਉਤਾਰਾ ਨਹੀਂ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ, ਅਗਨ ਕਟੈ ਸਭ ਤੇਰੇ। ਗੁਰੂ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹੈ। ਜਿਨ ਗੁਰੂ ਨਾ ਦੇਖਿਓ ਨਹੁ ਕੀਓ, ਸੇ ਅਕਿਆਥ ਸੰਸਾਰ ਮੈਂ। ਉਹ ਬੰਦੇ ਜਿਵੇਂ ਆਏ ਤਿਵੇਂ ਨਾ ਆਏ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਦਾ ਪੱਲਾ ਨਹੀਂ ਫੜਿਆ। ਪੁੱਛਿਆ ਜੀ ਕਿਉਂ? ਇਹਦੀ ਲੋੜ ਕੀ ਪਈ ਗੁਰੂ ਦੀ? ਬੰਦਾ ਸਵਾਲ ਤੇ ਕਰਦਾ ਹੀ ਹੈ, ਗੁਰੂ ਕਿਉਂ ਧਾਰਨ ਕਰਾਂ, ਕੀ ਲੋੜ ਹੈ? ਗਿਆਨ ਕਿਤਾਬ ਵਿੱਚੋਂ ਲੱਭ ਜਾਂਦਾ ਹੈ, ਗਿਆਨ ਇੰਟਰਨੈਟ ਤੇ ਭਰਿਆ ਹੋਇਆ ਹੈ, ਫਿਰ ਵਿੱਚ ਗੁਰੂ ਕਿਉਂ? ਇਹ ਬੜੀ ਵੱਡਾ ਸਵਾਲ ਹੈ ਅੱਜ ਦੇ ਬੰਦੇ ਦਾ। ਪਹਿਲਾਂ ਵੀ ਸੀ ਪਰ ਅੱਜ ਤੇ ਬਹੁਤ ਵੱਧ ਗਿਆ। ਆਦਮੀ ਕਿਸੇ ਦੀ ਗੁਲਾਮੀ ਸਹਿਣ ਲਈ ਤਿਆਰ ਨਹੀਂ ਹੈ, ਜਦ ਕਿ ਸਾਰਾ ਜੀਵਨ ਗੁਲਾਮੀ ਵਿੱਚ, ਸਾਰਾ ਬ੍ਰਹਿਮੰਡ ਕਿਸੇ ਗੁਲਾਮੀ ਵਿੱਚ ਚੱਲ ਰਿਹਾ। ਅੱਜ ਦੀ ਵਿਦਿਆ ਵਿੱਚ ਵੀ ਬੱਚੇ ਨੂੰ ਜਿਉਂ ਹੀ ਹੋਸ਼ ਆਉਂਦੀ ਹੈ ਸਿਖਾਇਆ ਜਾਂਦਾ ਤੂੰ ਆਜ਼ਾਦ ਜਿਉਣਾ, ਤੂੰ ਕਿਸੇ ਬੰਧਨ ਵਿੱਚ ਨਹੀਂ ਰਹਿਣਾ, ਤੂੰ ਖੁੱਲੇ ਰਹਿਣਾ। ਤੇ ਅੱਜ ਕੱਲ੍ਹ ਦੇ ਬੰਦੇ ਦੀ ਵੀ ਇੱਕ ਮੰਗ ਹੈ, ਉਹ ਕਹਿੰਦਾ ਜ਼ਿੰਦਗੀ ਮਿਲੀ 4 ਦਿਨ ਖੁੱਲੇ ਜਿਉਂ, ਜੋ ਮਰਜ਼ੀ ਕਰਾਂ। ਇਸ ਬਿਰਤੀ ਨਾਲ ਅਸੀਂ ਧਰਮ ਦੀ ਵਿਆਖਿਆ ਕੀਤੀ। ਧਰਮ ਇੱਕ ਬੰਧਨ ਹੈ ਤੇ ਬੰਧਨ ਗੁਲਾਮੀ ਹੈ ਤੇ ਗੁਲਾਮੀ ਦੁੱਖ ਹੈ। ਇਸ ਕਰਕੇ ਧਰਮੀ ਮੈਂ ਨਹੀਂ ਹੋਣਾ। ਗੁਰੂ ਵੀ ਬੰਧਨ ਹੈ, ਗੁਰੂ ਬੰਧਨ ਬਿਲਕੁਲ ਠੀਕ ਹੈ। ਗੁਰੂ ਆਜ਼ਾਦੀ ਨਹੀਂ ਹੈ, ਗੁਰੂ ਬੰਧਨ ਹੈ। ਧਰਮ ਵੀ ਬੰਧਨ ਹੈ। ਪਰ ਅੱਜ ਦਾ ਮਨੁੱਖ ਕੁਦਰਤ ਦੇ ਇਸ ਕਾਇਦੇ ਕਾਨੂੰਨ ਨੂੰ ਤੋੜ ਕੇ ਆਜ਼ਾਦ ਜਿਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਹਦੇ ਸਿੱਟੇ ਬਹੁਤ ਖਤਰਨਾਕ ਨਿਕਲੇ ਨੇ ਔਰ ਨਿਕਲ ਸਕਦੇ ਨੇ ਆਉਣ ਵਾਲੇ ਸਮੇਂ। ਕਿਉਂਕਿ ਤੁਸੀਂ ਸਾਰੇ ਬ੍ਰਹਿਮੰਡ ਵੱਲ ਝਾਤੀ ਪਾ ਕੇ ਵੇਖੋ, ਇੱਥੋਂ ਦਾ ਇੱਕ ਕਣ ਵੀ ਆਜ਼ਾਦ ਨਹੀਂ, ਕਿਸੇ ਨਿਯਮ ਵਿੱਚ ਚੱਲ ਰਿਹਾ। ਸਵੇਰੇ ਸੂਰਜ ਚੜ੍ਹਦਾ, ਅੱਜ ਦਾ ਨਹੀਂ, ਹਜ਼ਾਰਾਂ ਸਾਲਾਂ ਤੋਂ ਚੜ੍ਹ ਰਿਹਾ। ਤੁਸੀਂ ਉਹਨੂੰ ਧਿਆਨ ਨਾਲ ਵੇਖੋ ਵੀ ਇੱਕੋ ਥਾਂ ਤੋਂ ਚੜ੍ਹਦਾ, ਉਸੇ ਲਾਈਨ ਵਿੱਚ ਤੁਰਦਾ, ਉਸੇ ਵਿੱਚ ਹੀ ਪਾਸੇ ਹੋ ਜਾਂਦਾ, ਫਿਰ ਸਵੇਰੇ ਉੱਥੋਂ ਕਿਸੇ ਪਾਸੇ ਜਾਂਦਾ ਹੀ ਨਹੀਂ। ਚੰਦਰਮਾ ਵੀ ਕਿਸੇ ਗੁਲਾਮੀ ਵਿੱਚ ਚੱਲ ਰਿਹਾ ਹੈ, ਸੂਰਜ ਵੀ ਕਿਸੇ ਗੁਲਾਮੀ ਵਿੱਚ ਚੱਲ ਰਿਹਾ ਹੈ, ਤਾਰੇ ਵੀ ਗੁਲਾਮੀ ਵਿੱਚ ਚੱਲ ਰਹੇ ਨੇ। ਗੁਲਾਮੀ ਦਾ ਅਰਥ ਨਿਯਮ। ਹਵਾ ਜਿਹੜੀ ਹੈ ਉਹ ਵੀ ਮਰਿਆਦਾ ਵਿੱਚ ਚੱਲ ਰਹੀ ਹੈ, ਉਹ ਵੀ ਆਪਣ ਮੁਹਾਰੇ ਨਹੀਂ ਚੱਲਦੀ। ਸਮੁੰਦਰ ਇੱਕ ਮਰਿਆਦਾ ਵਿੱਚ ਹੈ। ਸ਼ਾਇਦ ਜਿਨ੍ਹਾਂ ਨੇ ਵਿਗਿਆਨ ਕੁਝ ਨਾ ਕੁਝ ਪੜ੍ਹਿਆ ਹੋਵੇ ਉਹਨਾਂ ਨੂੰ ਪਤਾ ਹੋਣਾ, ਜਿੱਥੇ ਅਸੀਂ ਬੈਠੇ ਹਾਂ ਸਮੁੰਦਰ ਇਹਦੇ ਤੋਂ ਕਈ ਮੀਲ ਉੱਚਾ ਹੈ, ਕਈ ਮੀਲ। ਕਈ ਥਾਵਾਂ ਤੇ ਦਾਸ ਨੇ ਆਪ ਵੇਖਿਆ
ਵੀ ਸਮੁੰਦਰ ਦੇ ਕੰਢੇ ਖਲੋ ਕੇ ਸਮੁੰਦਰ ਦਾ ਪਾਣੀ ਉੱਚਾ ਹੈ, ਪਰ ਨੇੜੇ ਆ ਕੇ ਫਿਰ ਥੱਲੇ ਪਿਛਾਂ ਚਲਾ ਜਾਂਦਾ ਹੈ, ਵਾਪਸ ਤੁਰ ਜਾਂਦਾ। ਜੇ ਉਹ ਪਾਣੀ ਥੋੜੀ ਜਿਹੀ ਮਰਿਆਦਾ ਤੋੜਦਾ ਹੈ, ਇੱਥੇ ਕੁਝ ਵੀ ਨਹੀਂ ਮਿਲੇਗਾ, ਸਮੁੰਦਰ ਹੀ ਸਾਰਾ। ਥੋੜੀ ਜਿਹੀ ਮਰਿਆਦਾ ਤੋਂ ਬਾਹਰ ਜਾਏ, ਪਾਣੀ ਵੀ ਮਰਿਆਦਾ ਵਿੱਚ, ਅੱਗ ਵੀ ਮਰਿਆਦਾ ਵਿੱਚ, ਹਵਾ ਵੀ ਮਰਿਆਦਾ ਵਿੱਚ। ਇੱਕ ਮਰਿਆਦਾ ਵਿੱਚ ਬੱਝੀ ਹੋਈ ਆਕਸੀਜਨ, ਜਿਹੜਾ ਅਸੀਂ ਸਵਾਸ ਲੈ ਰਹੇ ਹਾਂ, ਇਹ ਆਕਸੀਜਨ ਸਿਰਫ ਜ਼ਮੀਨ ਤੋਂ ਥੋੜੇ ਥੋੜੇ ਫਾਸਲੇ ਤੇ ਆਕਾਸ਼ ਵਿੱਚ, ਸਾਰੇ ਆਕਾਸ਼ ਵਿੱਚ ਆਕਸੀਜਨ ਨਹੀਂ, ਤੇ ਨਾਲ ਰਹਿੰਦੀ ਹੈ। ਜਿੱਥੇ ਜੀਵ ਰਹਿੰਦੇ ਉੱਥੇ ਆਕਸੀਜਨ ਹੁੰਦੀ ਹੈ, ਨਿਯਮ ਵਿੱਚ ਬੱਝੀ ਹੋਈ। ਇਹ ਤੁਕ ਤੁਸੀਂ, ਇਹ ਸ਼ਬਦ ਤੁਸੀਂ ਆਸਾ ਦੀ ਵਾਰ ਵਿੱਚ ਸਵੇਰੇ ਗੁਰੂ ਕੇ ਕੀਰਤਨੀਆਂ ਤੋਂ ਸੁਣੋਗੇ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਸੂਰਜ ਤੇ ਚੰਦਰਮਾ ਮਰਿਆਦਾ ਵਿੱਚ ਇੱਕ ਲਾਈਨ ਤੇ ਚੱਲ ਰਹੇ ਨੇ। ਇੱਕੋ ਬੰਦਾ ਹੀ ਇਸ ਬ੍ਰਹਿਮੰਡ ਦਾ ਜੀਵ ਜਿਹੜਾ ਕਹਿੰਦਾ ਮੈਂ ਮਰਿਆਦਾ ਵਿੱਚ ਨਹੀਂ ਚੱਲਣਾ, ਮੈਂ ਆਜ਼ਾਦ ਜਿਉਣਾ। ਬੰਧਨ ਕਿਉਂ ਹੈ? ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਭੈ ਵਿੱਚ ਪਵਨ ਵਹੈ ਸਦ ਵਾਉ, ਹਵਾ ਭੈ ਵਿੱਚ। ਭੈ ਦੇ ਇੱਥੇ ਅਰਥ ਡਰ ਨਹੀਂ, ਭੈ ਦੇ ਅਰਥ ਇੱਥੇ ਮਰਿਆਦਾ ਹੈ। ਹੁਕਮ ਵਿੱਚ, ਨਿਯਮ ਵਿੱਚ, ਸੰਜਮ ਵਿੱਚ ਚੱਲ ਰਿਹਾ। ਭੈ ਵਿੱਚ ਪਵਨ ਵਹੈ ਸਦ ਵਾਉ, ਭੈ ਵਿੱਚ ਚੱਲੈ ਲਖ ਦਰਿਆਉ। ਸਾਰੀਆਂ ਚੀਜ਼ਾਂ ਮਰਿਆਦਾ ਵਿੱਚ ਨੇ, ਪਰਮਾਤਮਾ ਦੀ ਬਣਾਈ ਹੋਈ ਗੁਲਾਮੀ ਵਿੱਚ ਨੇ। ਇਸ ਕਰਕੇ ਸਦੀਆਂ ਤੋਂ ਚੱਲ ਰਹੀਆਂ ਨੇ, ਅਜੇ ਤੱਕ ਇੱਕ ਦੂਜੇ ਨਾਲ ਟਕਰਾਈਆਂ ਨਹੀਂ। ਕਦੀ ਸੂਰਜ ਨਾਲ ਚੰਦਰਮਾ ਨਹੀਂ ਟਕਰਾਉਂਦਾ, ਕਦੀ ਚੰਦਰਮਾ ਨਾਲ ਸੂਰਜ ਨਹੀਂ ਟਕਰਾਉਂਦਾ। ਅੱਜ ਕੱਲ੍ਹ ਗੁਰਮੁਖ ਬਹੁਤ ਸਵਾਲ ਕਰਦੇ ਨੇ ਵੀ ਸਾਰੇ ਬੰਦੇ ਇੱਕ ਦੂਜੇ ਨਾਲ ਟਕਰਾਈ ਜਾਂਦੇ ਨੇ, ਕੀ ਗੱਲ ਬਣ ਗਈ? ਇਕੱਲੇ ਸੰਸਾਰੀ ਨਹੀਂ, ਧਰਮੀ ਵੀ। ਜਿੱਧਰ ਜਾਓ, ਜਿੱਥੇ ਜਾ ਕੇ ਵੇਖੋ, ਭਾਵੇਂ ਕਿਸੇ ਸੰਸਥਾ ਵਿੱਚ ਚਲੇ ਜਾਓ, ਭਾਵੇਂ ਕਿਸੇ ਥਾਂ ਤੇ ਚਲੇ ਜਾਓ, ਉੱਥੋਂ ਇੱਕੋ ਹੀ ਸ਼ਿਕਾਇਤ ਮਿਲੇਗੀ, ਬੰਦੇ ਨਾਲ ਬੰਦਾ ਟਕਰਾਈ ਜਾਂਦਾ। ਹੱਦ ਹੋ ਗਈ। ਸੂਰਜ ਹਜ਼ਾਰਾਂ ਸਾਲਾਂ ਤੋਂ ਲੰਘਦਾ, ਚੰਦਰਮਾ ਦੇ ਕੋਲੋਂ ਨਹੀਂ ਟਕਰਾਇਆ। ਤਾਰੇ ਸਿਆਰੇ ਹਜ਼ਾਰਾਂ ਸਾਲਾਂ ਤੋਂ ਲੰਘਦੇ ਨਹੀਂ ਟਕਰਾਏ। ਆਦਮੀ ਕਹਿੰਦਾ ਬੰਦੇ ਨਾਲ ਬੰਦਾ ਟਕਰਾ ਗਿਆ, ਦੇਸ਼ ਨਾਲ ਦੇਸ਼ ਟਕਰਾਉਂਦਾ, ਕੌਮਾਂ ਨਾਲ ਕੌਮਾਂ ਟਕਰਾ ਰਹੀਆਂ ਨੇ, ਅੱਗਾਂ ਲੱਗਦੀਆਂ ਨੇ, ਲੋਕ ਮਾਰੇ ਜਾਂਦੇ ਨੇ, ਸਾੜ ਦਿੱਤੇ ਜਾਂਦੇ ਨੇ। ਕੀ ਹੋ ਗਿਆ ਨੇ? ਜਿਹੜੀ ਚੀਜ਼ ਅਸੀਂ ਮੰਗ ਰਹੇ ਹਾਂ ਨਾ, ਕਹਿੰਦੇ ਆਜ਼ਾਦ ਜਿਉਣਾ ਹੈ, ਇਹ ਉਹਦੀ ਮਿਹਰਬਾਨੀ ਹੈ, ਇਹ ਉਹਨੇ ਕਾਢ ਕੱਢੀ ਸਾਰੀ। ਦੁਨੀਆ ਦਾ ਹਰ ਇੱਕ ਜੀਵ ਨਿਯਮ ਵਿੱਚ, ਮਰਿਆਦਾ ਵਿੱਚ। ਔਰ ਮੈਂ ਵੀ ਬੇਨਤੀ ਕਰਾਂ, ਧਰਮ ਦੀ ਲੋੜ ਸਿਰਫ ਬੰਦੇ ਨੂੰ ਹੈ, ਪਸ਼ੂਆਂ ਨੂੰ ਵੀ ਲੋੜ ਕੋਈ ਨਹੀਂ, ਕਿਉਂਕਿ ਪਸ਼ੂ ਵੀ ਸਾਰੇ ਮਰਿਆਦਾ ਵਿੱਚ ਜੀ ਰਹੇ। ਤੁਸੀਂ ਧਿਆਨ ਮਾਰ ਕੇ ਵੇਖੋ, ਸ਼ੇਰ ਦਾ ਜਿਹੜਾ ਖਾਣਾ ਉਹਨੇ ਉਹੀ ਖਾਣਾ, ਉਹਨੇ ਘਾਹ ਨਹੀਂ ਖਾਣਾ। ਜਿਨ੍ਹਾਂ ਵਾਸਤੇ ਘਾਹ ਬਣਿਆ ਉਹਨੇ ਮਾंस ਨਹੀਂ ਖਾਣਾ, ਮਰਿਆਦਾ ਵਿੱਚ ਨੇ। ਜਿਵੇਂ ਜਿਵੇਂ ਉਹਨਾਂ ਦੀ ਜ਼ਿੰਦਗੀ ਦਾ ਹਰ ਇੱਕ ਸਿਸਟਮ ਹੈ, ਪੰਛੀ ਪਸ਼ੂ ਸਾਰੇ ਉਹਦੇ ਵਿੱਚ ਜਿਉ ਰਹੇ ਨੇ। ਜੇ ਇਸ ਬ੍ਰਹਿਮੰਡ ਵਿੱਚ, ਜੇ ਇਸ ਜ਼ਮੀਨ ਤੇ ਮਰਿਆਦਾ ਤੋੜੀਏ, ਤੇ ਹੋਰ ਕਿਸੇ ਨੇ ਤੋੜੀ, ਮਨੁੱਖ ਨੇ ਤੋੜੀ ਏ। ਤੇ ਜੇ ਸਾਰੀਆਂ ਜੂਨਾਂ ਨਾਲੋਂ ਅੱਜ ਦੁਖੀ ਏ, ਤੇ ਪਹਿਲੇ ਨੰਬਰ ਤੇ ਬੰਦਾ ਹੀ ਆਉਂਦਾ, ਹੋਰ ਕੋਈ ਦੁਖੀ ਨਹੀਂ। ਸਾਡੇ ਘਰ ਵਿੱਚ ਕੁੱਤੇ ਬੱਝੇ ਨੇ, ਜੇ ਕੋਈ ਟੈਸਟ ਕਰਨ ਵਾਲੀ ਮਸ਼ੀਨ ਹੋਵੇ ਤੇ ਲਾ ਕੇ ਦੇਖ ਲਓ, ਸਾਡੇ ਜਿੰਨੇ ਦੁਖੀ ਉਹ ਹੈ ਨਹੀਂ। ਘਰਾਂ ਵਿੱਚ ਗਾਵਾਂ ਮੱਝਾਂ ਘੋੜੇ ਬੱਝੇ ਨੇ, ਤੁਸੀਂ ਉਹਨਾਂ ਨੂੰ ਪੁੱਛ ਕੇ ਵੇਖੋ, ਕੋਈ ਦੁੱਖ ਨਹੀਂ ਉਹਨਾਂ ਨੂੰ, ਬਿਲਕੁਲ ਬੜੇ ਸੁਖੀ ਨੇ, ਆਨੰਦ ਵਿੱਚ ਨੇ। ਪਰ ਜਿਹੜਾ ਉਹਨਾਂ ਨੂੰ ਪਾਲ ਰਿਹਾ ਹੈ, ਉਹਦਾ ਦੁੱਖ ਹਟਦੇ ਨਹੀਂ ਪਿਆ, ਉਹ ਬਹੁਤ ਦੁਖੀ ਹੈ। ਸਵਾਲ ਬਹੁਤ ਵੱਡਾ, ਇਹ ਕਿਉਂ ਹੋਇਆ? ਦੁੱਖ ਕਿਉਂ ਆਇਆ? ਤੇ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ, ਦੁੱਖ ਤਾਂ ਆਇਆ, ਇਸ ਬ੍ਰਹਿਮੰਡ ਨੂੰ ਜਿਸ ਰੱਬ ਨੇ ਬਣਾਇਆ ਹੈ, ਹਰ ਇੱਕ ਚੀਜ਼ ਨੂੰ ਉਹਨੇ ਮਰਿਆਦਾ ਵਿੱਚ, ਨਿਯਮ ਵਿੱਚ ਰੱਖਿਆ। ਪਰ ਤੇਰੀ ਮੱਤ ਮਾਰੇਗੀ, ਤੂੰ ਕਹਿੰਦਾ ਮਰਿਆਦਾ ਨਹੀਂ ਚਾਹੀਦੀ, ਮੈਂ ਆਪਣੀ ਮਰਜ਼ੀ ਕਰਨੀ, ਜੋ ਮੇਰਾ ਜੀ ਕਰੇ ਉਹ ਕਰਾਂ, ਮਰਿਆਦਾ ਤੋਂ ਬਾਹਰ ਜਾਵਾਂ। ਗੁਰੂ ਹੈ ਬੰਧਨ, ਤੇ ਬੰਧਨ ਤੋਂ ਬਿਨਾਂ ਜੀਵਨ। ਕਿਸੇ ਵੱਡੇ ਸਮੁੰਦਰ ਵਿੱਚ ਤਰਨ ਵਾਸਤੇ ਪਹਿਲਾਂ ਕਿਸੇ ਨਿਯਮ ਦੀ ਪਾਲਣਾ ਕਰਨੀ ਪੈਂਦੀ, ਕਿਸੇ ਛੋਟੇ ਤਲਾਬ ਦੇ ਵਿੱਚ ਤਰਨ ਦੀ ਜਾਚ ਸਿੱਖਣੀ ਪੈਂਦੀ ਹੈ। ਵੱਡੀ ਆਜ਼ਾਦੀ ਲੱਭਣ ਵਾਸਤੇ, ਜਿਹਨੂੰ ਭਗਤ ਰਵਿਦਾਸ ਜੀ ਕਹਿੰਦੇ, ਹੁਣ ਮੈਂ ਜਿੱਥੇ ਮਰਜ਼ੀ ਵਿਚਰ ਸਕਣਾ ਸਾਰੇ ਬ੍ਰਹਿਮੰਡ ਵਿੱਚ, ਤਿਉਂ ਤਿਉਂ ਸੈਲ ਕਰੈ ਜਿਉ ਭਾਵੈ, ਮਹਿਰਮ ਮਹਿਲ ਨਾ ਕੋ ਅਟਕਾਵੈ।
ਇਹ ਇੰਨੇ ਆਜ਼ਾਦ ਹੋ ਗਏ ਭਗਤ, ਖੁੱਲ ਗਏ, ਇਹਨਾਂ ਦੇ ਬੰਧਨ ਟੁੱਟ ਗਏ। ਮੁਕਤੀ ਦੇ ਅਰਥ ਹੀ ਆਜ਼ਾਦੀ ਨੇ। ਆਜ਼ਾਦ ਸ਼ਬਦ ਕੀ ਹੈ? ਆਜ਼ਾਦ, ਆਜ਼ਾਦ ਸ਼ਬਦ ਤੇ ਬਾਅਦ ਵਿੱਚ ਆਇਆ ਹੈ। ਮੁਕਤੀ ਦੇ ਅਰਥ ਨੇ ਆਜ਼ਾਦ। ਮੁਕਤੀ ਦੇ ਅਰਥ ਨੇ ਜਿਹੜਾ ਆਦਮੀ ਪਹਿਲਾਂ ਗੁਰੂ ਦੇ ਬੰਧਨ ਵਿੱਚ ਪਿਆ ਹੈ, ਗੁਰੂ ਦੀ ਮਰਿਆਦਾ ਵਿੱਚ ਪਿਆ ਹੈ, ਉਹਨੂੰ ਇੱਕ ਐਸੀ ਆਜ਼ਾਦੀ ਮਿਲੇਗੀ, ਫਿਰ ਉਹ ਸਾਰੇ ਬ੍ਰਹਿਮੰਡ ਵਿੱਚ ਆਜ਼ਾਦ ਹੈ। ਪਰ ਅਸੀਂ ਅੱਜ ਦਾ ਗਿਆਨ, ਅੱਜ ਦੀ ਵਿਦਿਆ ਕਹਿ ਰਹੀ ਹੈ, ਤੇ ਅਸੀਂ ਵੀ ਜ਼ੋਰ ਲਾ ਕੇ ਕਹਿ ਰਹੇ ਹਾਂ ਬੱਚਿਆਂ ਨੂੰ ਆਜ਼ਾਦ ਕਰੋ, ਜੋ ਮਰਜ਼ੀ ਕਰਨ, ਜਿੱਥੇ ਮਰਜ਼ੀ ਜਾਣ, ਜੋ ਮਰਜ਼ੀ ਹੋਵੇ। ਇਹ ਆਜ਼ਾਦੀ ਬਰਬਾਦੀ ਦਾ ਸਾਧਨ ਹੈ। ਔਰ ਮਨੁੱਖ ਨਿਯਮ ਤੋਂ, ਮਰਿਆਦਾ ਤੋਂ ਜਿੰਨਾ ਬਾਹਰ ਜਾਏਗਾ, ਓਨਾ ਹੀ ਦੁੱਖ ਨੂੰ ਆਪਣੇ ਘਰ ਵੱਲ ਸੱਦਾ ਦੇਵੇਗਾ। ਤੇ ਜਿੰਨਾ ਉਹ ਇਹ ਨਹੀਂ ਕੋਈ ਆਪਣੀ ਬਣਾਈ ਹੋਈ ਮਰਿਆਦਾ, ਅਕਾਲ ਪੁਰਖ ਨੇ ਜਿਹੜੀ ਮਰਿਆਦਾ ਬਣਾਈ, ਉਹਦੇ ਵਿੱਚ ਬੰਦਾ ਸ਼ਬਦ ਨਿਕਲੇ ਇੱਥੋਂ, ਬੰਦਾ ਸੋ ਜੋ ਬੰਦਗੀ ਗਾਹ, ਗੁਰੂ ਦੇ ਹੁਕਮ ਵਿੱਚ ਤੁਰਨ ਵਾਲਾ, ਮਾਰਗ ਤੇ ਤੁਰਨ ਵਾਲਾ। ਤਾਂ ਇਸ 17ਵੀਂ ਵਾਰ ਵਿੱਚ ਭਾਈ ਗੁਰਦਾਸ ਜੀ ਇੰਨੇ ਖਰਵੇ ਸ਼ਬਦ ਵਰਤ ਰਹੇ ਨੇ, ਤੇ ਵਰਤ ਵੀ ਧਾਰਮਿਕ ਬੰਦੇ ਵਾਸਤੇ ਰਹੇ ਨੇ। ਉਹ ਕਹਿੰਦੇ ਨੇ ਧਾਰਮਿਕ ਬੰਦਾ ਉਸ ਕਹਿਣ ਦੀ ਥਾਲੀ ਵਰਗਾ ਹੋ ਗਿਆ। ਕਹਿਣ ਦੀ ਥਾਲੀ ਵਰਗਾ, ਪਲੇਟ, ਇੱਕ ਕਹਿ ਇੱਕ ਧਾਤ, ਜਿਵੇਂ ਸੋਨਾ, ਜਿਵੇਂ ਲੋਹਾ, ਜਿਵੇਂ ਚਾਂਦੀ, ਇਸੇ ਤਰ੍ਹਾਂ ਇੱਕ ਧਾਤ ਦਾ ਨਾਮ ਹੈ ਕਹਿ। ਪੁਰਾਣੀਆਂ ਜਿਹੜੀਆਂ ਮਾਤਾਵਾਂ ਨੇ ਉਹ ਇਹ ਜਾਣਦੀਆਂ ਹੋਣਗੀਆਂ, ਪੰਜਾਬ ਦੀ ਧਰਤੀ ਤੇ ਕਹਿ ਦੇ ਭਾਂਡੇ ਹੁਣ ਤਾਂ ਖਤਮ ਹੋ ਗਏ। ਕਹਿ ਦਾ ਭਾਂਡਾ ਤੁਸੀਂ ਮਾਂਜ ਕੇ ਪੂਰੀ ਤਰ੍ਹਾਂ ਸੁਆਹ ਦੇ ਨਾਲ ਟਿਕਾਓ, ਸੂਰਜ ਦੀ ਧੁੱਪ ਵਿੱਚ ਰੱਖ ਦਿਓ, ਤੇ ਦੂਰੋਂ ਵੇਖੋ ਇੰਨਾ ਚਮਕੇਗਾ ਜਿੰਨਾ ਸੂਰਜ ਵੀ ਨਹੀਂ ਚਮਕਦਾ, ਬੜੀ ਚਮਕ ਉਹਦੇ ਵਿੱਚ। ਪਰ ਉਹਨੂੰ ਤੁਸੀਂ ਜਿੰਨਾ ਮਰਜ਼ੀ ਧੋ ਲਓ, ਜਿੰਨਾ ਮਰਜ਼ੀ ਧੋ ਲਓ, ਚਮਕਦਾ ਹੋਵੇ, ਉਹਦੇ ਨਾਲ ਉਂਗਲ ਘਸਾ ਕੇ ਵੇਖੋ, ਵਿੱਚੋਂ ਫਿਰ ਕਾਲਖ ਲੱਗੇਗੀ ਉਂਗਲ, ਭਾਵੇਂ ਕਿੰਨਾ ਸਾਫ਼ ਕਰ ਲਈਏ। ਸੱਚੇ ਪਾਤਸ਼ਾਹ ਇੱਥੇ ਸਮਝਾ ਰਹੇ ਨੇ, ਭਾਈ ਗੁਰਦਾਸ ਜੀ ਕਹਿ ਰਹੇ ਨੇ ਵੀ ਧਾਰਮਿਕ ਬੰਦੇ ਦੇ ਅੰਦਰ ਤੇ ਬਾਹਰ ਦੋਵੇਂ ਇੱਕੋ ਜਿਹੇ ਹੋਣੇ ਚਾਹੀਦੇ। ਬਾਹਰਲਾ ਤੇ ਅੰਦਰ, ਜੇ ਅੰਦਰ ਪਾਪ ਹੈ, ਬਾਹਰ ਗੁਰੂ ਨੂੰ ਕਵੇ। ਇਹ ਨਹੀਂ, ਇਹਨਾਂ ਵਾਰਾਂ ਦਾ ਇਹ ਨਹੀਂ ਅਰਥ ਵੀ ਪਹਿਲਾਂ ਤੁਸੀਂ ਪਾਪ ਛੱਡੋ ਤੇ ਫਿਰ ਗੁਰੂ ਕੋਲ ਆਓ, ਇਹ ਨਹੀਂ ਇਹਦੇ ਅਰਥ। ਨੀਅਤ ਸ਼ੁੱਧ ਕਰਨ ਦੇ ਅਰਥ ਨਹੀਂ ਕਿ ਬੰਦਾ ਸ਼ੁੱਧ ਹੋ ਗਿਆ, ਇਹ ਖਿਆਲ ਰੱਖਣਾ। ਨੀਅਤ ਸ਼ੁੱਧ ਦਾ ਅਰਥ ਇਹ ਨਹੀਂ ਹੈ। ਸ਼ੁੱਧ ਤੇ ਸੁੱਧ ਦੋ ਸ਼ਬਦ ਨੇ, ਤਵੱਜੋ ਦੇਣਾ। ਇਹ ਮਤ ਸਮਝਣਾ ਵੀ ਪਹਿਲਾਂ ਪਾਪ ਧੋ ਕੇ, ਸ਼ੁੱਧ ਹੋ ਕੇ, ਪਵਿੱਤਰ ਹੋ ਕੇ ਫਿਰ ਗੁਰਦੁਆਰੇ ਆਉਣਾ, ਨਹੀਂ। ਇੱਥੇ ਤਾਂ ਲੋੜ ਹੀ ਪਾਪੀਆਂ ਦੀ ਏ। ਧੋਬੀ ਕੋਲ ਤੇ ਮੈਲੇ ਕੱਪੜੇ ਚਾਹੀਦੇ, ਜਿਹੜੇ ਪਹਿਲਾਂ ਪ੍ਰੈਸ ਹੋ ਚੁੱਕੇ ਨੇ, ਉਹਨਾਂ ਦਾ ਉੱਥੇ ਕੀ ਕੰਮ ਹੈ? ਉਹਨਾਂ ਨੂੰ ਕਦੀ ਵਾਸ਼ਿੰਗ ਮਸ਼ੀਨ ਦੇ ਨੇੜੇ ਲਿਆਂਦਾ ਜਿਹੜੇ ਧੁੱਪੇ ਹੋਏ? ਉੱਥੇ ਤਾਂ ਉਹ ਹੀ ਆਉਂਦੇ ਜਿਹੜੇ ਮੈਲੇ ਕੁਚੈਲੇ ਪਏ। ਗੁਰੂ ਕੋਲ ਤਾਂ ਪਾਪ ਵਾਲਾ ਮਨੁੱਖ ਆਵੇ, ਸਗੋਂ ਉਹਦਾ ਕੰਮ ਇੱਥੇ ਆਉਣ ਦਾ ਜ਼ਿਆਦਾ ਆਵੇ ਸਗੋਂ। ਪਰ ਇਸ ਤਰ੍ਹਾਂ ਹੁੰਦਾ ਨਹੀਂ। ਅਸੀਂ ਕਹਿੰਦੇ ਹਾਂ ਜਾਂ ਤੇ ਅਸੀਂ ਕਹਿੰਦੇ ਹਾਂ ਪਹਿਲਾਂ ਪਾਪ ਲਾਓ। ਇਸ ਤਰ੍ਹਾਂ ਦੇ ਗਿਆਨ ਤੁਸੀਂ ਸੁਣਦੇ ਹੋਵੋਗੇ ਕਈ ਵਾਰੀ ਵੀ ਗੁਰਦੁਆਰੇ ਆਉਣ ਦਾ ਕੀ ਫਾਇਦਾ, ਤੁਹਾਡਾ ਮਨ ਤੇ ਸਾਫ਼ ਕੋਈ ਨਹੀਂ। ਅੰਮ੍ਰਿਤ ਛਕਣ ਦਾ ਕੀ ਫਾਇਦਾ, ਤੁਹਾਡਾ ਮਨ ਤੇ ਸਾਫ਼ ਨਹੀਂ। ਇਹਦਾ ਅਰਥ ਇਹ ਹੋਇਆ ਬਈ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਪਾਉਣ ਦਾ ਕੀ ਫਾਇਦਾ, ਪਹਿਲਾਂ ਤੁਸੀਂ ਧੋਤੇ ਤਾਂ ਹੈ ਨਹੀਂ। ਲੰਗੜਾ ਗਿਆਨ ਹੈ, ਅੰਨਾ ਗਿਆਨ ਹੈ, ਅਧੂਰਾ ਗਿਆਨ ਹੈ। ਇੱਥੇ ਤਾਂ ਪਾਪੀ ਚਾਹੀਦੇ ਗੁਰੂ ਕੋਲ। ਹਾਂ, ਪਰ ਉਹ ਇੱਕ ਹੋਰ ਚੀਜ਼ ਹੈ ਜਿਹਨੂੰ ਕਹਿੰਦੇ ਨੇ ਤੂੰ ਸ਼ੁੱਧ ਹੋ ਕੇ ਆ। ਦੋ ਬਚਨ ਮੈਂ ਕਹਿ ਰਿਹਾ ਸਾਂ, ਸ਼ਬਦ ਇੱਕੋ ਹੀ ਏ, ਇੱਕ ਵਿੱਚ ਬਿੰਦੀ ਲੱਗੀ ਏ ਤੇ ਇੱਕ ਤੋਂ ਬਿੰਦੀ ਲਾ ਦਿਓ, ਅਰਥ ਜ਼ਮੀਨ ਅਸਮਾਨ ਦਾ ਫਰਕ ਪੈ ਜਾਏ। ਗੁਰਬਾਣੀ ਵਿੱਚ ਸ਼ਬਦ ਆਉਂਦੇ ਨੇ, ਕਾਹੇ ਕੋ ਕੀਜੈ ਧਿਆਨ ਜਪੰਨਾ, ਜਪਦੇ ਸੁਧ ਨਾਹੀ ਮਨ ਆਪਣਾ। ਕਬੀਰ ਸਾਹਿਬ ਜੀ ਦਾ ਸ਼ਬਦ ਕਹਿੰਦੇ, ਕਾਹਦੇ ਵਾਸਤੇ ਧਿਆਨ ਲਾ ਕੇ ਬੈਠਾ, ਕਾਹਦੇ ਵਾਸਤੇ ਰਾਮ ਰਾਮ, ਅੱਲਾ ਅੱਲਾ, ਵਾਹਿਗੁਰੂ ਵਾਹਿਗੁਰੂ ਜਪੀ ਆਉਣਾ, ਮਨ ਤੇ ਤੇਰਾ ਸੁਧ ਹੈ ਨਹੀਂ। ਸੁਧ ਪੂਰਾ ਇਕਾਗਰ ਹੋ ਕੇ ਵੇਖਣਾ, ਸ਼ੁੱਧ ਨਹੀਂ, ਸੁੱਧ। ਕਿਉਂਕਿ ਸ਼ੁੱਧ ਦੇ ਅਰਥ ਨੇ ਜੋ ਖਾਲਸ ਹੋ ਚੁੱਕਾ ਹੈ, ਤੇ ਸੁੱਧ ਦੇ ਅਰਥ ਨੇ ਹੋਣਾ ਚਾਹੁੰਦਾ ਹੈ, ਅਜੇ ਹੋਇਆ ਨਹੀਂ, ਅਜੇ ਹੋਣਾ ਚਾਹੁੰਦਾ। ਸੁੱਧ, ਸੁੱਧ ਦਾ ਅਰਥ ਹੈ ਹੋਸ਼ ਵਿੱਚ ਆ ਕੇ। ਜਿਹੜਾ ਬੰਦਾ ਨਹਾਉਣਾ ਚਾਹੁੰਦਾ ਹੈ, ਜੇ ਨਹਾਤਾ ਨਹੀਂ, ਉਹ ਕਹਿੰਦੇ ਵੀ ਜੇ ਤੂੰ ਨਹਾਉਣਾ ਹੀ ਨਹੀਂ ਚਾਹੁੰਦਾ
ਜੇ ਤੂੰ ਬੇਈਮਾਨੀ ਕਰਨਾ ਚਾਹੁੰਦਾ ਹੈ ਤੇ ਕੀ ਫਾਇਦਾ ਦਰਿਆ ਦੇ ਕਿਨਾਰੇ ਤੇ ਵਸਤਰ ਉਤਾਰ ਕੇ ਧਰਨ ਦਾ? ਕਾਹਦੇ ਲਈ ਲਾਏ? ਨਹਾਉਣਾ ਤਾਂ ਚਾਹੁੰਦਾ ਹੀ ਨਹੀਂ, ਤੂੰ ਨਹਾਉਣਾ ਨਹੀਂ ਚਾਹੁੰਦਾ, ਦਰਿਆ ਦੇ ਕਿਨਾਰੇ ਕੀ ਕਰਨਾ ਹੈ? ਇਹਦੇ ਅਰਥ ਇਹ ਨੇ ਤੂੰ ਸ਼ੁੱਧ ਹੋਣਾ ਹੀ ਨਹੀਂ ਚਾਹੁੰਦਾ, ਗੁਰਦੁਆਰੇ ਕੀ ਕਰਨਾ ਹੈ? ਅਰਥ ਤੇ ਸਨ। ਅਸੀਂ ਕਿਹਾ ਵੀ ਤੂੰ ਸਾਫ਼ ਹੋਏ ਨਹੀਂ, ਗੁਰਦੁਆਰੇ ਕਿਉਂ ਆਇਆ? ਨਹੀਂ, ਇਹ ਨਹੀਂ। ਪਾਪ ਦੀ ਇਹ ਨਹੀਂ ਵੀ ਪਾਪ ਪਹਿਲਾਂ ਖਤਮ ਕਰੋ ਫਿਰ ਗੁਰੂ ਕੋਲ ਆਓ, ਪਾਪ ਪਹਿਲਾਂ ਖਤਮ ਕਰੋ ਫਿਰ ਬਾਣੀ ਪੜੋ। ਇਹਦਾ ਭਾਵ ਇਹ ਹੋਵੇਗਾ ਵੀ ਪਹਿਲਾਂ ਤੁਸੀਂ, ਜੇ ਤੁਸੀਂ ਦਰਿਆ ਕੋਲ ਆਏ ਹੋ, ਜੇ ਨਲਕੇ ਕੋਲ ਆਏ ਹੋ, ਜੇ ਟੂਟੀ ਕੋਲ ਗਏ ਹੋ, ਤੁਸੀਂ ਆਪਣਾ ਤੌਲੀਆ ਵੀ ਚੁੱਕਿਆ ਹੈ, ਤੁਸੀਂ ਤਿਆਰੀ ਵੀ ਕੀਤੀ ਹੈ, ਲੋਕਾਂ ਨੂੰ ਦਿਖਾ ਵੀ ਰਹੇ ਹੋ ਵੀ ਮੈਂ ਨਹਾਉਣ ਲੱਗਾ, ਪਰ ਜਾ ਕੇ ਵਾਪਸ ਮੁੜ ਆਏ, ਬੇਈਮਾਨੀ ਕਰ ਲਈ। ਇਸ ਤਰ੍ਹਾਂ ਦੇ ਲੋਕ ਮੈਂ ਵੇਖੇ ਨੇ। ਇੱਕ ਵਿਅਕਤੀ ਨੂੰ ਮੈਂ ਜਾਣਨਾ, ਘਰ ਦੇ ਉਹਦੇ ਤੋਂ ਬਹੁਤ ਤੰਗ ਸਨ, ਕਿਉਂਕਿ ਕਦੀ ਪੂਰਨਮਾਸ਼ੀ ਵਾਲੇ ਦਿਨ ਹੀ ਨਹਾਉਂਦਾ ਸੀ ਜਾਂ ਮੱਸਿਆ ਵਾਲੇ ਦਿਨ, ਬਦਬੂ ਆਉਂਦੀ ਸੀ ਉਹਦੇ ਸਰੀਰ ਵਿੱਚ। ਤਾਂ ਜਦੋਂ ਉਹਨਾਂ ਨੇ ਬਹੁਤਾ ਤੰਗ ਕਰਨਾ ਤੇ ਉਹਨਾਂ ਨੇ ਕਹਿਣਾ ਵੀ ਚੁੱਕ ਤੌਲੀਆ ਜਾਂ ਇਸ਼ਨਾਨ ਕਰਕੇ ਆ ਟਿਊਬਵੈੱਲ ਤੇ ਬਾਹਰ, ਤੇ ਉਹਨੇ ਸਾਡੇ ਵਾਲਾ ਤਰੀਕਾ ਵਰਤ ਲੈਣਾ, ਚੁੱਕਣਾ ਸਾਰਾ ਸਾਜੋ ਸਮਾਨ, ਸਾਬਣ, ਤੇਲ, ਤੌਲੀਆ, ਕਸ਼ਹਿਰਾ ਸਭ ਕੁਝ ਚੁੱਕ ਕੇ ਜਾਣਾ ਟਿਊਬਵੈੱਲ ਤੇ, ਉੱਥੇ ਅੱਧਾ ਘੰਟਾ ਬਹਿਣਾ ਜਿੰਨੇ ਚਿਰ 'ਚ ਬੰਦਾ ਨਹਾ ਲੈਂਦਾ, ਤੇ ਆਉਣ ਲੱਗਿਆ ਤੌਲੀਆ ਕਸ਼ਹਿਰਾ ਗਿੱਲਾ ਕਰਕੇ ਵਾਪਸ ਆ ਜਾਣਾ। ਨਹਾਉਣਾ ਤੇ ਹੈ ਨਹੀਂ। ਘਰਦਿਆਂ ਨੇ ਸੋਚ ਲੈਣਾ ਨਹਾ ਆਇਆ, ਟਾਈਮ ਵੀ ਉਨਾ ਹੀ ਲੱਗਾ। ਇਹਨੂੰ ਗੁਰੂ ਸਾਹਿਬ ਨੇ ਕਿਹਾ ਵੀ ਕੀ ਕਰਦਾ ਫਿਰਨਾ ਤੂੰ, ਕਿਨਾਰੇ ਦੇ ਉੱਤੇ ਬਹਿ ਕੇ ਨਹਾਉਣ ਤੋਂ ਬਿਨਾਂ ਮੁੜ ਜਾਂਦਾ। ਕਾਹੇ ਕੋ ਕੀਜੈ ਧਿਆਨ ਜਪੰਨਾ, ਜਬ ਤੇ ਸੁਧ ਨਾਹੀ ਸੁਧ। ਤੇਰਾ ਇਰਾਦਾ ਹੀ ਨਹੀਂ, ਤੇਰੀ ਨੀਅਤ ਹੀ ਨਹੀਂ ਨਹਾਉਣ ਦੀ, ਤੂੰ ਧਰਮ ਨੂੰ ਕਮਾਉਣਾ ਹੀ ਨਹੀਂ ਚਾਹੁੰਦਾ। ਉਹ ਗੱਲ ਅਗਲੀ ਹੈ, ਸ਼ੁੱਧ ਫਿਰ ਗੁਰੂ ਨੇ ਕਰਨਾ। ਸ਼ੁੱਧ ਦਾ ਅਰਥ ਸਾਫ਼, ਖਾਲਸ। ਤੂੰ ਫਿਰ ਦੇ ਕੱਪੜਾ ਜੀਵਨ ਦਾ ਗੁਰੂ ਨੂੰ ਧੋਏਗਾ। ਜਦੋਂ ਨੀਅਤ ਹੋਵੇਗੀ ਤਾਂ ਲਏਗਾ। ਗੁਰੂ ਦਾ ਇੱਕੋ ਹੀ ਸਿਧਾਂਤ ਹੈ, ਕੋਈ ਸੌਂਪਦਾ ਤੇ ਕੰਮ ਕਰਦਾ, ਨਹੀਂ ਤੇ ਗੁਰੂ ਨੇ ਕੰਮ ਨਹੀਂ ਕਰਨਾ। ਉਹਦਾ ਇੱਕੋ ਹੀ ਸਿਧਾਂਤ ਹੈ। ਇੱਧਰੋਂ ਆਪਾਂ ਸੌਂਪਾਂਗੇ, ਦਿਆਂਗੇ, ਕਵਾਂਗੇ, ਅਰਦਾਸ ਹੋਏਗੀ, ਉੱਥੇ ਤਾਂ ਕੰਮ ਸ਼ੁਰੂ ਹੋਣਾ ਹੈ, ਨਹੀਂ ਤੇ ਸਦੀਆਂ ਤੱਕ ਆਉਂਦੇ ਰਹੀਏ ਕੰਮ ਸ਼ੁਰੂ ਨਹੀਂ ਹੋਏਗਾ। ਇਸ ਕਰਕੇ ਸੁੱਧ ਤੇ ਸ਼ੁੱਧ ਦੋ ਸ਼ਬਦ ਨੇ। ਕਾਹੇ ਕੋ ਕੀਚੈ ਧਿਆਨ ਜਪੰਨਾ, ਕਾਹਦੇ ਵਾਸਤੇ ਤੂੰ ਧਿਆਨ ਲਾ ਕੇ, ਸਮਾਧੀ ਲਾ ਕੇ ਬੈਠਾ, ਤੇ ਕਾਹਦੇ ਵਾਸਤੇ ਤੂੰ ਜਪ ਰਿਹਾ? ਕਿਉਂਕਿ ਤੂੰ ਆਪਣੇ ਮਨ ਨੂੰ ਸ਼ੁੱਧ ਨਹੀਂ ਕੀਤਾ, ਯਾਨੀ ਕਿ ਨੀਅਤ ਸਾਫ਼ ਨਹੀਂ ਕੀਤੀ। ਤੂੰ ਗੁਰੂ ਦਾ ਉਪਦੇਸ਼ ਮੰਨਣਾ ਹੀ ਨਹੀਂ ਚਾਹੁੰਦਾ। ਜਿੱਦਣ ਤੂੰ ਮੰਨਣਾ ਚਾਹ ਲਿਆ, ਉਦਣ ਟਾਈਮ ਨਹੀਂ ਲੱਗੇਗਾ। ਉਹ ਤੁਕ ਉਸ ਦਿਨ ਤੇਰੇ ਤੇ ਲਾਗੂ ਹੋ ਜਾਏਗੀ ਕਿ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਬਾਰ। ਦੇਰ ਨਹੀਂ ਲੱਗੇਗੀ, ਇੱਕ ਛਿਨ ਟਾਈਮ ਨਹੀਂ ਲੱਗਦਾ ਉਸ ਥਾਂ ਤੇ। ਨਾ ਪੂਰੇ ਗੁਰੂ ਨੂੰ ਇਹ ਵੇਖਣ ਦੀ ਲੋੜ ਹੈ ਵੀ ਇਹਦੇ ਪਾਪ 10 ਨੇ, 100 ਨੇ, ਕਿ 1000 ਨੇ, ਕਿ ਲੱਖ ਨੇ। ਇਹ ਨਹੀਂ ਅਸੀਂ ਕਹਿ ਸਕਦੇ। ਤੁਸੀਂ ਬਾਣੀ ਪੜ੍ਹ ਕੇ ਵੇਖੋ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ਼ਲੋਕ ਸੰਸਕ੍ਰਿਤੀ ਦੇ ਵਿੱਚ ਇੱਕ ਸ਼ਲੋਕ ਉਚਾਰਿਆ ਜਿਹੜਾ ਸਾਡੇ ਸਾਰੇ ਗਿਆਨ ਨੂੰ ਨਕਾਰਾ ਕਰਦਾ ਹੈ। ਜਿਹੜਾ ਅਸੀਂ ਕਹਿੰਦੇ ਹਾਂ ਵੀ ਇੰਨੇ ਚਿਰ ਦੇ ਪਾਪ ਨੇ, ਹੁਣ ਇੰਨਾ ਚਿਰ ਧੋਣ ਤੇ ਵੀ ਤੇ ਲੱਗੇਗਾ ਹੀ। ਉੱਥੇ ਦੇਰ ਨਹੀਂ ਹੈ। ਸਵਾਲ ਇਹ ਹੈ ਵੀ ਬੰਦਾ ਚਾਹੁੰਦਾ ਕਿ ਨਹੀਂ। ਜੇ ਉਹਦੀ ਚਾਹਤ 100% ਨੂੰ ਪਾਰ ਕਰ ਗਈ ਤੇ ਇੱਥੇ ਕੋਈ ਸਾਲ ਦਾ ਕੰਮ ਨਹੀਂ, ਕੋਈ 10 ਸਾਲ ਦਾ ਨਹੀਂ, ਕੋਈ 20 ਦਾ ਨਹੀਂ, ਇੱਕ ਛਿਣ ਦਾ ਕੰਮ ਹੈ। ਆਜ ਮਿਲਾਵਾ ਸ਼ੇਖ ਫਰੀਦ, ਅੱਜ ਹੀ ਤੂੰ ਮਿਲ ਸਕਣਾ ਹੈ। ਔਰ ਉੱਥੇ ਕੋਈ ਨਾਪ ਤੋਲ ਨਹੀਂ ਕਿ ਪਾਪ ਕਿੰਨੇ ਮਣ ਨੇ, ਕਿੰਨੇ ਟਨ ਨੇ, ਕਿੰਨੇ ਹਜ਼ਾਰ ਨੇ, ਕਿ ਕਿੰਨੇ ਲੱਖ ਨੇ। ਇੱਕੋ ਜਿਹਾ ਉੱਥੇ ਸਭ। ਇੱਕ ਪਾਪ ਵੀ ਉਹਨਾਂ ਤੇ ਲੱਖ ਵੀ ਉਹਨਾਂ ਹੀ ਹੈ। ਉਸ ਥਾਂ ਤੇ ਬਾਲਮੀਕ ਵਰਗੇ ਵੀ ਇੱਕ ਖਿਣ ਵਿੱਚ ਪਾਰ ਹੋ ਗਏ। ਉਸ ਮਾਰਗ ਦੇ ਉੱਤੇ ਗਣਕਾ ਵਰਗੀ ਵੀ ਇੱਕ ਪਲ ਵਿੱਚ ਪਾਰ ਹੋ ਗਈ। ਅਜਾਮਲ ਵੀ ਤਰ ਗਿਆ। ਕਿੰਨੇ ਲੋਕ ਸਨ, ਪਰ ਇਹ ਕਿਵੇਂ ਹੋਇਆ? ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇੱਕ ਸ਼ਲੋਕ ਵਿੱਚ ਕਹਿੰਦੇ ਨੇ, ਘੋਰ ਦੁਖਿਅੰ ਅਨਿਕ ਹਤਿਅੰ ਜਨਮ ਦਾਰਿਦ੍ਰੰ ਮਹਾ ਵਿਖਿਆਦੰ। ਇਹ ਜਦੋਂ ਤੁਸੀਂ ਅਖੰਡ ਪਾਠ ਕਰਾਉਂਦੇ ਹੋ ਤੇ ਪਿਛਲੇ ਪਾਸੇ ਜਦੋਂ ਆਪਾਂ ਜਾ ਕੇ ਭਾਈ ਸਾਹਿਬ ਨੂੰ ਸਾਉ ਸਾਈ ਹੋ ਕੇ ਜਾ ਕੇ ਕਹਿੰਦੇ ਆ ਵੀ ਨਵੇਂ ਮਹੱਲੇ ਦੇ ਸ਼ਲੋਕ ਕਦੋਂ ਆਉਣੇ ਨੇ, ਦੱਸਿਆ ਜੇ ਉਦੋਂ ਸਾਰਾ ਟੱਬਰ ਇਕੱਠੇ ਹੋਵਾਂਗੇ। ਉਦੋਂ ਪਹਿਲਾਂ ਮੱਥਾ ਵੀ ਨਹੀਂ ਟੇਕਣਾ।
9ਵੇਂ ਮਹੱਲੇ ਦੇ ਸ਼ਲੋਕ ਬਹੁਤ ਮਸ਼ਹੂਰ ਨੇ ਸਾਡੇ ਵਿੱਚ, ਕਿਉਂਕਿ ਅਸੀਂ ਉਦੋਂ ਆਉਂਦੇ ਹਾਂ, ਪੁੱਛ ਕੇ ਜਾਂਦੇ ਹਾਂ ਵੀ ਉਦੋਂ ਆਵਾਂਗੇ, ਪਹਿਲਾਂ ਨਾ ਕਿਤੇ ਆ ਜਾਈਏ ਅੰਦਰ, ਤਾਂ ਨਹੀਂ ਪਤਾ ਲੱਗਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿ ਰਹੇ। ਉੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਘੋਰ ਦੁਖਿਅੰਗ, ਕਿਸੇ ਬੰਦੇ ਨੂੰ ਘੋਰ ਦੁੱਖ ਹੋਵੇ, ਘੋਰ ਦੁੱਖ ਸੰਘਣਾ, ਅਨੇਕ ਹੱਤਿਅੰ, ਉਹਨੇ ਅਨੇਕ ਹੀ ਹੱਤਿਆਵਾਂ ਕੀਤੀਆਂ ਹੋਣ, ਘੋਰ ਦੁਖਿਅੰਗ ਅਨੇਕ ਹੱਤਿਅੰਗ ਜਨਮ ਦਰਿਦਰੰ, ਉਹਦਾ ਜੀਵਨ ਦਲਿੱਦਰ ਨਾਲ ਭਰਿਆ ਹੋਵੇ, ਗਰੀਬੀ ਨਾਲ, ਬੜਾ ਦਲਿੱਦਰੀ ਹੋਵੇ। ਮਹਾ ਵਿਖਿਆਦੰ, ਵਿਖਿਆਤ ਦੇ ਅਰਥ ਨੇ ਜ਼ਹਿਰ, ਵਿਖ, ਤੇ ਜ਼ਹਿਰ ਦੇ ਅਰਥ ਨੇ ਵਿਕਾਰਾਂ ਵਿੱਚ ਡਿੱਗਿਆ ਹੋਵੇ ਬਿਲਕੁਲ। ਇਹ ਚਾਰੇ ਨੁਕਸ ਹੋਣ ਉਹਦੀ ਜ਼ਿੰਦਗੀ ਵਿੱਚ, ਘੋਰ ਦੁਖਿਅੰਗ ਅਨੇਕ ਹੱਤਿਅੰਗ ਜਨਮ ਦਰਿਦਰੰ ਮਹਾ ਵਿਖਿਆਦੰ। ਮਹਾਰਾਜੇ ਨੂੰ ਕਿੰਨਾ ਕੁ ਚਿਰ ਲੱਗੇਗਾ ਹਟਣ ਤੇ? ਕਹਿਣ ਲੱਗੇ ਮਿਟੰਤ ਸਗਲ, ਸਾਰੇ ਮਿਟ ਜਾਣਗੇ ਹੁਣੇ ਹੀ। ਕਿਵੇਂ? ਸਿਮਰੰਤ ਹਰ ਨਾਮ ਨਾਨਕ, ਵਾਹਿਗੁਰੂ ਦਾ ਨਾਮ ਸਿਮਰਨ ਕਰਨ ਦੇ ਨਾਲ। ਕਿਵੇਂ ਮਿਟਣਗੇ? ਕਹਿੰਦੇ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ, ਪਾਵਕ ਦੇ ਅਰਥ ਨੇ ਅੱਗ, ਕਾਸ਼ਟ ਦੇ ਅਰਥ ਨੇ ਲੱਕੜਾਂ, ਭਸਮੰ ਦਾ ਅਰਥ ਹੈ ਸਵਾਹ ਕਰ ਦੇਣਾ। ਨਾਮ ਇਹਨਾਂ ਸਾਰੇ ਪਾਪਾਂ ਨੂੰ ਇਸ ਤਰ੍ਹਾਂ ਸਾੜ ਕੇ ਸਵਾਹ ਕਰ ਦੇਗਾ ਜਿਵੇਂ ਲੱਕੜਾਂ ਦੇ ਬਹੁਤ ਵੱਡੇ ਢੇਰ ਨੂੰ ਇੱਕ ਛੋਟਾ ਜਿਹਾ ਅੱਗ ਦਾ ਕਿਣਕਾ ਸਾੜ ਕੇ ਸਵਾਹ ਕਰ ਦਿੰਦਾ। ਇਹ ਨਹੀਂ ਕਿ ਲੱਖ ਮਣ ਲੱਕੜਾਂ ਨੇ ਤੇ ਲੱਖ ਮਣ ਅੱਗ ਲੈ ਕੇ ਆਓ, ਅੱਗ ਲੱਖ ਮਣ ਥੋੜੀ ਚਾਹੀਦੀ, ਉਹ ਤੇ ਇੱਕੋ ਸੀਖ ਛੋਟੀ ਜੀ ਚੰਗਿਆੜਾ, ਇੱਕ ਚੰਗਿਆੜਾ ਵੀ ਡਿੱਗ ਪਿਆ, ਹਾਂ ਚੰਗਿਆੜਾ ਥਾਂ ਤੇ ਡਿੱਗਣਾ ਚਾਹੀਦਾ, ਆਸੇ ਪਾਸੇ ਤੇ ਰੋਜ਼ ਅਸੀਂ ਡਿੱਗਦੇ ਰਹਿੰਦੇ, ਲੱਕੜਾਂ ਫਿਰ ਬਚਾ ਕੇ ਲੈ ਜਾਂਦੇ। ਸਾਡੇ ਕੋਲ ਪ੍ਰਬੰਧ ਹੈ ਲੱਕੜਾਂ ਨੂੰ ਬਚਾਉਣ ਦਾ, ਅਸੀਂ ਲੱਕੜਾਂ ਨੂੰ ਥੋੜਾ ਥੋੜਾ ਗਿੱਲੀਆਂ ਕਰਕੇ ਰੱਖਣੇ, ਪਾਣੀ ਪਾ ਕੇ, ਵੀ ਗੁਰੂ ਕੇ ਉਪਦੇਸ਼ ਦੀ ਅੱਗ ਨਾ ਕਿਤੇ ਲੱਗ ਜਾਏ, ਬੜੀਆਂ ਬਚਾ ਕੇ। ਆ ਥੋੜੀ ਜਿਹੀ ਕੋਈ ਗੱਲ ਹੋਵੇ ਨਾ ਜਿਹੜੀ ਕੰਨ ਵਿੱਚ, ਮੈਂ ਕਈ ਬੰਦੇ ਵੇਖੇ ਨੇ ਕਥਾ ਦੇ ਵਿੱਚੋਂ ਉੱਠ ਕੇ ਇੱਕਦਮ ਚਲੇ ਜਾਣ, ਤੁਸੀਂ ਹੈਰਾਨ ਹੋ, ਸ਼ਾਇਦ ਉਹਨਾਂ ਨੂੰ ਹੋਵੇ ਵੀ ਪਤਾ ਨਹੀਂ ਲੱਗਾ। ਮੈਂ ਬਹੁਤ ਵਾਰੀ ਵੇਖਿਆ ਬੜੇ ਬੜੇ ਸਰੋਤੇ ਕਈ ਕਈ ਦਿਨਾਂ ਦੇ, ਇੱਕ ਕੋਈ ਐਸੀ ਗੱਲ ਸੁਣੀ ਤੇ ਇੱਕਦਮ ਬਸ ਮੱਥੇ ਦੇ ਵਾਲ ਬਦਲੇ ਤੇ ਉੱਠ ਕੇ ਬਾਹਰ ਮੁੜ ਕੇ ਆਏ ਨਹੀਂ, ਪਰਤ ਕੇ ਫਿਰ ਮਿਲੇ ਸਾਲ ਡੇਢ ਬਾਅਦ। ਕੀ ਹੋਇਆ? ਕਹਿੰਦੇ ਬਾਕੀ ਤੇ ਗੱਲਾਂ ਸਾਰੀਆਂ ਠੀਕ ਸਨ, ਉਹ ਇੱਕ ਨਹੀਂ ਮਾਫਕ ਆਈ। ਇਹਦਾ ਮਤਲਬ ਅਸੀਂ ਸੁਣਨ ਵਾਸਤੇ ਨਹੀਂ ਆਏ, ਅਸੀਂ ਦੱਸਣ ਵਾਸਤੇ ਆਏ, ਤੁਸੀਂ ਕੀ ਸੁਣਾਉਣਾ, ਫੈਸਲਾ ਅਸੀਂ ਲੈਣਾ। ਲੋਕ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਵੀ ਵਾਪਸ ਕਰ ਦਿੰਦੇ ਨੇ, ਤੁਸੀਂ ਸੁਣਿਆ ਹੋਵੇ, ਇਹ ਹੁਕਮ ਨਹੀਂ ਸਾਨੂੰ ਚਾਹੀਦਾ ਜੀ, ਹੋਰ ਦਿਓ ਕੱਢ ਕੇ। ਗੁਰੂ ਸਾਹਿਬ ਤਾਂ ਕਹਿੰਦੇ ਵੀ ਆਸ਼ਕੀ ਜਿਹੜੀ ਤੁਸੀਂ ਪੜੋਗੇ ਆਸਾ ਦੀ ਵਾਰ ਦੇ ਵਿੱਚ, ਕਹਿਣ ਲੱਗੇ ਉਹ ਕਿਵੇਂ ਬੰਦਾ ਮਿੱਤਰ ਹੋ ਸਕਦਾ ਗੁਰੂ ਦਾ, ਵੀ ਚੰਗਾ ਚੰਗਾ ਕਰ ਮੰਨੈ, ਜੇ ਤੇ ਮਿੱਠੀਆਂ ਮਿੱਠੀਆਂ ਗੱਲਾਂ ਸੁਣਨ ਨੂੰ ਮਿਲੀਆਂ ਜਿਹੜੀਆਂ ਮੈਨੂੰ ਚੰਗੀਆਂ ਲੱਗਦੀਆਂ, ਫਿਰ ਤੇ ਮੈਂ ਝੋਲੀ ਕਰਕੇ ਪਵਾਵਾਂਗਾ ਜੀ, ਬੜਾ ਆਨੰਦ ਆਇਆ, ਝੂਮਾਂਗਾ, ਤੇ ਜੇ ਇੱਕ ਮਾਫਕ ਗੱਲ ਨਹੀਂ ਆਉਂਦੀ ਮੈਨੂੰ, ਮੈਂ ਉੱਠ ਕੇ ਚਲਾ ਜਾਵਾਂਗਾ। ਇਹ ਸਿੱਖ ਥੋੜੀ ਹੈ, ਤੇ ਗੁਰੂ ਵਾਲੀ ਭਾਵਨਾ, ਸਿੱਖ ਦਾ ਕੰਮ ਥੋੜੀ ਹੈ। ਸਿੱਖ ਦਾ ਅਰਥ ਚੰਗੇ, ਜਿਹੜਾ ਇਹ ਮਨਮੁਖਤਾ ਦੀ ਨਿਸ਼ਾਨੀ, ਵੀ ਚੰਗੇ ਚੰਗਾ ਕਰ ਮੰਨੈ, ਜੇ ਤੇ ਸੁੱਖ ਮਿਲਿਆ, ਜੇ ਤੇ ਕੰਨਾਂ ਨੂੰ ਚੰਗੀ ਗੱਲ ਲੱਗੀ, ਫਿਰ ਤੇ ਕਿਹਾ ਜੀ ਬਹੁਤ ਚੰਗਾ, ਪਰ ਜੇ ਮੰਦਾ, ਜੇ ਮਨ ਨੂੰ ਲੱਗਾ ਵੀ ਇਹ ਮੈਨੂੰ ਮਾਫਕ ਨਹੀਂ, ਮੰਦੇ ਮੰਦਾ ਹੋਏ ਆਸ਼ਿਕ ਇਹ ਨਾ ਆਖੀਐ, ਜੇ ਲੇਖੇ ਵਰਤੈ ਸੋਏ। ਜਿਹੜਾ ਕਲਮ ਤੇ ਕਾਗਜ਼ ਕੱਢ ਕੇ ਗੁਰੂ ਦੇ ਅੱਗੇ ਬਹਿ ਜਾਂਦਾ, ਉਹ ਸੇਵਕ ਨਹੀਂ ਹੋ ਸਕਦਾ, ਸਿੱਖ ਨਹੀਂ ਹੋ ਸਕਦਾ। ਉਹਨੇ ਸੌਂਪ ਦਿੱਤਾ ਹੈ ਵੀ ਜੋ ਤੂੰ ਕਰੇਗਾ, ਜੋ ਕਹੇਗਾ, ਜੇ ਝਿੜਕੇਗਾ ਤਾਂ ਵੀ ਮਿੱਠਾ, ਜੇ ਪਿਆਰ ਕਰੇਗਾ ਤਾਂ ਵੀ ਮਿੱਠਾ ਹੈ, ਉਹ ਮਿਲਾਪ। ਪਰ ਅਸੀਂ ਆਪਣੀਆਂ ਤੁਕਾਂ ਕੱਢੀਆਂ ਨੇ। ਕਲਗੀਧਰ ਪਾਤਸ਼ਾਹ ਦੇ ਜੀਵਨ ਦੀ ਇੱਕ ਘਟਨਾ ਹੈ ਵੀ ਅਨੰਦਪੁਰ ਸਾਹਿਬ ਤੇ ਉਹ ਛੱਤ ਤੇ ਸਨ, ਗਰਮੀ ਦੇ ਦਿਨਾਂ ਵਿੱਚ ਆਰਾਮ ਕਰ ਰਹੇ ਸਨ ਰਾਤ ਨੂੰ, ਤੇ ਪਿਛਲੇ ਪਾਸੇ ਇੱਕ ਆਵਾਜ਼ ਆਈ, ਘਰਾਂ ਦੇ ਵਿੱਚੋਂ ਝਗੜੇ ਦੀ, ਲੜਾਈ ਦੀ। ਦੋ ਸਿੱਖ ਆਪਸ ਵਿੱਚ ਲੜ ਰਹੇ ਸਨ। ਹਜੂਰ ਮੰਜੇ ਤੇ ਬੈਠੇ ਨੇ, ਕੋਲ ਸਿੱਖ ਨੂੰ ਪੁੱਛਦੇ ਨੇ ਵੀ ਕੀ ਗੱਲ ਹੈ। ਆਵਾਜ਼ ਸਾਫ਼ ਆ ਰਹੀ ਸੀ। ਇੱਕ ਸਿੱਖ ਕਹਿ ਰਿਹਾ ਸੀ ਵੀ ਤੂੰ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਲੈ ਕੇ ਮੇਰੇ ਤੋਂ ਮਾਇਆ ਲਈ ਸੀ ਕਈ ਸਾਲ ਪਹਿਲਾਂ, ਗੁਰੂ ਨੂੰ ਵਿੱਚ ਜਾਮਣ ਦੇ ਕੇ
ਤੇ ਉਹ ਤੂੰ ਵਾਪਸ ਨਹੀਂ ਕਰਦਾ। ਮੈਂ ਤੈਨੂੰ ਬਹੁਤ ਵਾਰੀ ਕਹਿ ਚੁੱਕਾ ਵੀ ਵਾਪਸ ਕਰ। ਤੇ ਦੂਜਾ ਅੱਗੋਂ ਜਵਾਬ ਦੇ ਰਿਹਾ ਸੀ ਵੀ ਮੈਂ ਤੈਨੂੰ ਕੋਈ ਨਹੀਂ ਵਾਪਸ ਕਰਨੀ। ਉਹਨੇ ਕਿਹਾ ਵੀ ਤੂੰ ਗੁਰੂ ਦੀ ਸਹੁੰ ਖਾਧੀ। ਤੇ ਜਿੰਨੇ ਪੈਸੇ ਲੈ ਕੇ ਮੁੱਕਰ ਗਿਆ ਸੀ ਜਿਹੜਾ, ਉਹ ਇੱਕ ਤੁਕ ਪੜ ਰਿਹਾ ਸੀ ਉੱਚੀ ਉੱਚੀ। ਉਹ ਕਹਿ ਰਿਹਾ ਸੀ ਵੀ ਲੇਖਾ ਕੋਏ ਨਾ ਪੁੱਛਈ ਜਾਂ ਹਰ ਬਖਸ਼ੰਦਾ। ਜਦੋਂ ਉਹਨੇ ਪੜੀ ਨਾ ਤੁਕ, ਕਿਉਂਕਿ ਬੰਦਾ ਆਪਣੀਆਂ ਆਪਣੀਆਂ ਤੁਕਾਂ ਕੱਢਦਾ ਵਿੱਚੋਂ, ਆਪਣੇ ਆਪਣੇ ਸ਼ਬਦ ਪੜ੍ਹਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ। ਪੋਲਾ ਪੋਲਾ ਧਰਮ ਜ਼ਿੰਦਗੀ ਵਿੱਚ ਕਮਾਉਣਾ ਚਾਹੁੰਦਾ, ਜਿਹੜਾ ਉਹਨੂੰ ਚੰਗਾ ਲੱਗਦਾ। ਜਦੋਂ ਉਹਨੇ ਪੜ੍ਹਿਆ ਨਾ ਵੀ ਲੇਖਾ ਕੋਏ ਨਾ ਪੁੱਛਈ, ਕੋਈ ਲੇਖਾ ਨਹੀਂ ਹੋਣਾ ਮੇਰਾ। ਉਹਨੇ ਕਿਹਾ ਨਾ ਵੀ ਤੇਰਾ ਲੇਖਾ ਹੋਵੇਗਾ। ਕਹਿੰਦਾ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ੰਦਾ। ਤੇ ਉਧਰੋਂ ਕਲਗੀਧਰ ਪਾਤਸ਼ਾਹ ਨੇ ਸੁਣ ਕੇ ਉੱਚੀ ਆਵਾਜ਼ ਵਿੱਚ ਕਿਹਾ, ਕਹਿਣ ਲੱਗੇ ਗੁਰ ਪੀਰ ਹਾਮਾ ਤਾਂ ਭਰੈ, ਜਾਂ ਮੁਰਦਾਰ ਨਾ ਖਾਏ। ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਏ। ਗੁਰ ਪੀਰ ਹਾਮਾ ਤਾਂ ਭਰੈ, ਜਾਂ ਮੁਰਦਾਰ ਨਾ ਖਾਏ। ਗੁਰੂ ਨੇ ਤਾਂ ਹਾਮੀ ਭਰਨੀ ਹੈ, ਇਹ ਨਹੀਂ ਆਪਾਂ ਕਹਿ ਸਕਦੇ। ਉਹ ਤੇ ਬਖਸ਼ਿਆ ਤੇ ਉਹ ਜਾਏਗਾ ਨਾ ਜਿਹੜਾ ਹਾਜ਼ਰ ਹੋ ਗਿਆ, ਜਿਹਨੇ ਤੋਬਾ ਕਰ ਲਈ। ਬਖਸ਼ਿਆ ਹੋ ਜਾਏਗਾ। ਪਿਛਲੇ ਔਗੁਣ ਬਖਸ਼ ਲੈ ਕਿੰਨਾ ਤੇ ਲਾਗੂ ਹੁੰਦਾ ਹੈ? ਕੌਣ ਨੇ ਉਹ? ਪਿਛਲੇ ਬਖਸ਼ ਤੇ ਸਕਦੇ ਸਤਿਗੁਰੂ, ਪਰ ਉਹ ਕੌਣ ਨੇ? ਪ੍ਰਭ ਆਗੇ ਮਾਰਗ ਪਾਵੈ। ਜਿਹੜਾ ਮਾਰਗ ਅੱਗੋਂ ਗੁਰੂ ਨੇ ਦੱਸਿਆ ਉਹਦੇ ਉੱਤੇ ਤੁਰਨ ਦਾ ਯਤਨ ਕਰੇ। ਜੇ ਕਿਤੇ ਤਿਲਕ ਜਾਏ ਤੇ ਫਿਰ ਅਰਦਾਸ ਕਰੇ, ਫਿਰ ਤੁਰੇ, ਫਿਰ ਉੱਠੇ, ਫਿਰ ਅਰਦਾਸ ਕਰੇ, ਫਿਰ ਤੁਰੇ। ਇਹ ਨਹੀਂ ਵੀ ਗੁਰੂ ਤੇ ਹੁਣ ਹੈ ਹੀ ਏ, ਮੌਜ ਕਰੋ, ਜੋ ਮਰਜ਼ੀ ਕਰੋ, ਬਾਅਦ ਵਿੱਚ ਅਰਦਾਸ ਕਰਾ ਦਿਆਂਗੇ। ਇਹ ਸਿਧਾਂਤ ਅਸੀਂ ਕੱਢਿਆ, ਗੁਰੂ ਸਾਹਿਬ ਨੇ ਅਸੀਂ ਇਹ ਕੱਢਿਆ ਹੈ। ਔਰ ਗੁਰਬਾਣੀ ਵਿੱਚ ਸ਼ਬਦ ਆਏ ਨੇ, ਪਾਪ ਕਰੈ ਪੰਚਾਂ ਕੇ ਵਸਰੇ, ਤੀਰਥ ਨਹਾਏ ਕਹੇ ਸਭ ਉਤਰੇ। ਬੌਰ ਕਮਾਵੇ ਹੋਏ ਨਿਸ਼ੰਗ, ਪਰਤ ਕੇ ਫਿਰ ਨਿਸ਼ੰਗ ਹੋ ਕੇ ਇਸ ਧਰਤੀ ਤੇ, ਇਸ ਜ਼ਮੀਨ ਤੇ ਪਾਪ ਦਾ ਪਸਾਰਾ ਧਰਮ ਦੇ ਰਾਹੀਂ ਹੁੰਦਾ। ਕਿਉਂਕਿ ਝੂਠੇ ਲੋਕ ਝੂਠੀਆਂ ਤਸੱਲੀਆਂ ਦੇ ਦਿੰਦੇ ਵੀ ਕਰ ਲੋ ਕੋਈ ਗੱਲ ਨਹੀਂ, ਬਾਅਦ ਵਿੱਚ ਅਰਦਾਸ ਕਰ ਦੇਣ, ਠੀਕ ਹੋ ਜਾਏ। ਇਹ ਚੱਲਦਾ। ਮੈਂ ਕਈ ਚੀਜ਼ਾਂ ਸੁਣ ਕੇ ਹੈਰਾਨ ਹੋ ਗਿਆ। ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ। ਆਦਮੀ ਨੇ ਪਾਪ ਕਰਨ ਵਾਸਤੇ ਧਰਮ ਦਾ ਸਹਾਰਾ ਲੈ ਕੇ ਆਪਣੇ ਆਪਣੇ ਤਰੀਕੇ ਲੱਭੇ ਨੇ, ਢੰਗ ਦੇ ਨਾਲ ਚੱਲਦਾ। ਜੇ ਕੋਈ ਮਨੁੱਖ ਅੱਗੋਂ ਗੁਰੂ ਦੇ ਸਹਾਰੇ ਤੇ ਤੁਰਨ ਦਾ ਯਤਨ ਕਰੇ, ਹਾਂ ਫਿਰ ਹੋ ਸਕਦਾ। ਫਿਰ ਸਤਿਗੁਰੂ ਇਹ ਸ਼ਬਦ ਕਹਿੰਦੇ, ਆਓ ਪਿਆਰ ਨਾਲ ਕਰੀਏ ਅਰਦਾਸ। ਪਿਛਲੇ ਔਗਣ ਬਖਸ਼ ਲਏ ਪ੍ਰਭ, ਪਿਛਲੇ ਔਗਣ ਬਖਸ਼ ਲਏ ਪ੍ਰਭ, ਪਿਛਲੇ ਔਗਣ ਪਿਛਲੇ ਔਗਣ ਬਖਸ਼ ਲਏ ਪ੍ਰਭ, ਪਿਛਲੇ ਔਗਣ ਬਖਸ਼ ਲਏ ਪ੍ਰਭ। ਆਗੇ ਮਾਰਗ ਪਾਵੈ, ਆਗੇ ਮਾਰਗ ਪਾਵੈ, ਆਗੇ ਮਾਰਗ ਅੱਗੋਂ ਮਾਰਗ ਤੇ ਤੁਰਨ ਦਾ ਯਤਨ ਕਰੇ। ਉਹਨੂੰ ਕਹਿੰਦੇ ਇਸ ਸਿੱਖ ਦੀ ਨੀਅਤ ਰਾਸ ਆ ਗਈ। ਪਾਪ ਅਜੇ ਇਹਦੇ ਅੰਦਰ ਹੈਨ, ਅੰਦਰੋਂ ਅਜੇ ਧੁਪਿਆ ਨਹੀਂ, ਪਰ ਇਹਨੇ ਆ ਕੇ ਦੱਸ ਦਿੱਤਾ ਜੀ ਮੇਰੇ ਵਿੱਚ ਆ ਗੁਨਾਹ ਨੇ। ਦੱਸਣ ਤੋਂ ਕੰਮ ਸ਼ੁਰੂ ਹੁੰਦਾ ਹੈ। ਜਿੱਦਣ ਦੱਸਦਾ ਉੱਥੇ ਕੋਈ ਸਵਾਲ ਨਹੀਂ। ਕਿੰਨੇ ਸਿੱਖ ਹੋਏ ਨੇ ਗੁਰੂ ਸਾਹਿਬ ਦੇ ਵਕਤ ਤੇ, ਕਿੰਨੇ ਲੋਕ ਹੋਏ ਨੇ। ਸਗੋਂ ਤੁਸੀਂ ਇਤਿਹਾਸ ਪੜ੍ਹੋਗੇ ਉਹਦੇ ਵਿੱਚ ਭਰੇ ਹੋਏ ਨੇ ਲੋਕ। ਕੋਈ ਠੱਗ ਸੀ, ਕੋਈ ਚੋਰ ਸੀ, ਕੋਈ ਡਾਕੂ ਸੀ, ਕੋਈ ਕੁਝ ਕਰਦਾ ਸੀ। ਹਾਂ, ਇੱਕ ਸਿੱਖ ਦਾ ਜ਼ਿਕਰ ਹੁੰਦਾ, ਗੁਰੂ ਅਰਜਨ ਦੇਵ ਕੋਲ ਆਇਆ, ਬਾਅਦ ਵਿੱਚ ਇਹਦਾ ਨਾਮ ਪੈ ਗਿਆ ਸੀ ਭਾਈ ਕਮਲਿਆ, ਜਿਨੇ ਲਾਹੌਰ ਵਿੱਚ ਬੁੱਧੂ ਦੇ ਘਰ ਦੇ ਸਾਹਮਣੇ ਖਲੋ ਕੇ ਜਦੋਂ ਉਹਨੂੰ ਪ੍ਰਸ਼ਾਦਾ ਨਹੀਂ ਸੀ ਦਿੱਤਾ ਤੇ ਉਹਨੇ ਕਿਹਾ ਸੀ ਵੀ ਤੇਰੀਆਂ ਇੱਟਾਂ ਨਹੀਂ ਪੱਕਣੀਆਂ, ਤੇਰਾ ਆਵਾ ਨਹੀਂ ਪੱਕਣਾ, ਜੋ ਮਰਜ਼ੀ ਕਰ ਲੈ, ਲੰਗਰ ਛਕਾ ਲੈ, ਅਰਦਾਸ ਕਰਾ ਲੈ। ਗੁਰੂ ਅਰਜਨ ਦੇਵ ਜੀ ਅੰਦਰ ਬੈਠੇ ਨੇ। ਵੇਖੋ ਕਿਵੇਂ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਸਾਰੇ ਇੱਕੋ ਜਿਹੇ ਨੇ ਜੀ, ਸਾਰੇ ਇੱਕੋ ਜਿਹੇ। ਠੀਕ ਹੈ, 5 ਤੱਤ ਦੇ ਤੌਰ ਤੇ ਸਾਰੇ ਇੱਕੋ ਜਿਹੇ ਨੇ। ਮਾਸ ਮਿੱਟੀ ਟੈਸਟ ਕਰਾਓ ਤੇ ਸਾਰਿਆਂ ਦਾ ਇੱਕੋ ਜਿਹਾ ਹੈ। ਸਾਧ ਸੰਗਤ ਜੀ, ਅੰਦਰਲੀ ਕਮਾਈ ਇੱਕੋ ਜਿਹੀ ਨਹੀਂ ਹੁੰਦੀ। ਇਹ ਸਾਡਾ ਭੁਲੇਖਾ ਹੈ। ਅੰਦਰ ਬਹੁਤ ਵੱਡਾ ਫਰਕ।
ਇੱਕ ਬੰਦਾ ਉਹ ਹੋਏ ਜਿਹੜਾ ਆਪਣੇ ਵਾਂਗ ਦਿਨ ਰਾਤ ਸਵਾਰਥੀ ਹੈ, ਇੱਕ ਉਹ ਹੈ ਜਿਹਨੇ ਆਪਣੀ ਜ਼ਿੰਦਗੀ ਸਾਰੀ ਲਾ ਦਿੱਤੀ ਦੂਜਿਆਂ ਵਾਸਤੇ। ਦੋਵੇਂ ਇੱਕੋ ਜਿਹਾ ਕਿਵੇਂ ਹੋਏ? ਦੋਵਾਂ ਵਿੱਚ ਬਹੁਤ ਫਰਕ ਹੈ, ਇਹ ਸਾਨੂੰ ਭੁਲੇਖਾ ਹੈ। ਅਸੀਂ ਉਸ ਤਕੜੀ ਤੇ ਤੋਲ ਦਿੱਤਾ ਕਿਉਂਕਿ ਅਸੀਂ ਸਰੀਰ ਧਾਰੀ ਹਾਂ। ਵੈਸੇ ਅਸੀਂ ਕਹਿੰਦੇ ਅਸੀਂ ਦੇਹ ਧਾਰੀ ਨੂੰ ਮੰਨਦੇ ਨਹੀਂ, ਪਰ ਆਪ ਦੇਹ ਧਾਰੀ ਹੋਈਆਂ ਆਪਾਂ। ਦੇਹ ਧਾਰੀ ਦਾ ਮਤਲਬ ਅਸੀਂ ਦੇਹ ਦੁਆਰਾ ਬੰਦੇ ਨੂੰ ਤੋਲਨੇ ਆ ਵੀ ਇਸ ਬੰਦੇ ਦੇ ਵੀ ਦੋ ਹੱਥ ਨੇ, ਮੇਰੇ ਵੀ ਦੋ ਹੱਥ ਨੇ, ਆਪਾਂ ਦੋਵੇਂ ਇੱਕੋ ਜਿਹੇ ਹਾਂ। ਪਰ ਕੀ ਪਤਾ ਇੱਕ ਦੇ ਹੱਥ ਰਾਤ ਨੂੰ ਸ਼ਾਮ ਨੂੰ ਸ਼ਰਾਬ ਪੀਂਦੇ ਨੇ, ਦੂਜੇ ਦੇ ਹੱਥ ਗੁਟਕਾ ਸਾਹਿਬ ਫੜਿਆ ਰਹਿ ਰਸ ਕਰਦੇ ਨੇ, ਹੱਥ ਇੱਕੋ ਜਿਹਾ ਕਿਵੇਂ ਹੋਏ? ਬਹੁਤ ਫਰਕ ਹੈ। ਦੋਵਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਜਦੋਂ ਗੁਰੂ ਅਰਜਨ ਦੇਵ ਜੀ ਕੋਲ ਇਹ ਸਿੱਖ ਆਇਆ ਜਿਹਨੇ ਬਾਅਦ ਵਿੱਚ ਕਿਹਾ ਸੀ ਵੀ ਬੁੱਧੂ ਤੇਰਾ ਆਵਾ ਨਹੀਂ ਪੱਕੇਗਾ, ਤੇ ਗੁਰੂ ਅਰਜਨ ਦੇਵ ਜੀ ਉਦੋਂ ਉਹਦੇ ਘਰ ਬੈਠੇ ਸਨ, ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤ ਸੀ। ਇਹਨੇ ਲੰਗਰ ਬੜਾ ਸਵਾਦ ਬਣਾਇਆ, ਅਰਦਾਸ ਕਰਾਈ, ਇਹਦੀਆਂ ਇੱਟਾਂ ਕੱਚੀਆਂ ਨਿਕਲਦੀਆਂ ਸਨ। ਇਹ ਭਾਈ ਕਮਲੀਆ ਬਾਹਰ ਖਲੋਤਾ ਸੀ, ਇਹਨੇ ਕਿਹਾ ਮੈਨੂੰ ਇੱਕ ਪ੍ਰਸ਼ਾਦਾ ਦੇ। ਹੁਣ ਬੁੱਧੂ ਨੇ ਸੋਚਿਆ ਵੀ ਇਹਦਾ ਕੀ, ਇਹਦੇ ਕੱਪੜੇ ਪਾਟੇ ਜਾਂ ਮੈਲੇ ਨੇ। ਉਹਦਾ ਮਤਲਬ ਸੀ ਵੀ ਗੁਰੂ ਅਰਜਨ ਦੇਵ ਜੀ ਨੂੰ ਅੱਗੇ ਚੰਗਾ ਚੰਗਾ ਵਧੀਆ ਥਾਲ ਲਾ ਕੇ ਉੱਤੇ ਸੋਹਣਾ ਕੱਪੜਾ ਪਾ ਕੇ ਤੇ ਖੁਸ਼ ਕਰ ਦੇਣਾ। ਜ਼ੋਰ ਲਾ ਰਿਹਾ। ਮੈਨੂੰ ਕਿਸੇ ਗੁਰਮੁਖ ਨੇ ਥੋੜੇ ਦਿਨ ਕਿਹਾ ਵੀ ਹੱਠ ਕੀ ਹੁੰਦਾ ਹੈ? ਹੱਠ ਕਰਨਾ ਚਾਹੀਦਾ ਕਿ ਨਹੀਂ? ਹੱਠ ਦਾ ਯਾਨੀ ਕਿ ਨੀਂਦ ਆਉਂਦੀ ਹੈ, ਜ਼ੋਰ ਲਾਉਣਾ ਚਾਹੀਦਾ ਜਾਗਣ ਦਾ ਕਿ ਨਹੀਂ? ਬੈਠਾ ਨਾ ਜਾਏ ਚੌਂਕੜਾ ਲਾਉਣਾ ਚਾਹੀਦਾ ਕਿ ਨਹੀਂ? ਕਿਉਂਕਿ ਕਈ ਲੋਕ ਇਹਨੂੰ ਕਰਮਕਾਂਡ ਕਹਿੰਦੇ। ਗੁਰੂ ਸਾਹਿਬ ਨੇ ਸਰੀਰ ਦਾ ਹੱਠ ਨਹੀਂ ਰੋਕਿਆ, ਧਿਆਨ ਦੇਣਾ, ਉਹਨਾਂ ਨੇ ਮਨ ਦਾ ਹੱਠ ਰੋਕਿਆ। ਬਾਣੀ ਪੜ੍ਹ ਕੇ ਵੇਖੋ, ਮਨ ਹੱਠ ਕਿਨੈ ਨਾ ਪਾਇਓ, ਮਨ ਹੱਠ ਕਿਨੈ ਨਾ ਪਾਇਆ। ਸਰੀਰ ਦਾ ਹੱਠ ਕਰਨਾ ਪਏਗਾ। ਤੁਸੀਂ ਇੱਥੇ ਬੈਠੇ ਹੋ, ਹੱਠ ਕਰਕੇ ਬੈਠੇ ਹੋ ਨਾ, ਥਕਾਵਟ ਤੇ ਹੈ, ਕੰਮ ਕਰਕੇ ਆਏ ਹੋ, ਫਿਰ ਸਵੇਰੇ ਕਿਤੇ ਕਰਨਾ, ਜਾ ਕੇ ਹੋਰ ਵੀ ਕੰਮ ਸੰਭਾਲਣਾ। ਜੇ ਕਹੀਏ ਵੀ ਸਰੀਰ ਕਵੇਗਾ ਤੇ ਫਿਰ ਬਵਾਂਗੇ, ਇੱਥੇ ਕੌਣ ਬਹਿੰਦਾ? ਹੱਠ ਕਰਨਾ ਪਏਗਾ ਸਰੀਰ ਦੇ ਨਾਲ। ਗੁਰੂ ਸਾਹਿਬ ਨੇ ਕਿਹਾ ਮਨ ਦਾ ਹੱਠ ਨਹੀਂ ਕਰਨਾ। ਮਨ ਦਾ ਹੱਠ ਇਹ ਹੁੰਦਾ ਹੈ ਬਈ ਮੈਂ ਕੁਝ ਨਾ ਕੁਝ ਗੁਰੂ ਨੂੰ ਦੇ ਕੇ ਨਾ ਤੇ ਦਾਅਵਾ ਕਰ ਲਵਾਂ ਵੀ ਗੁਰੂ ਮੇਰੇ ਹੱਥ ਵਿੱਚ ਆ ਗਿਆ, ਇੰਨਾ ਪਾਠ ਕਰ ਲਵਾਂ, ਇੰਨੇ ਪੈਸੇ ਦੇ ਦਿਆਂ, ਇੰਨੇ ਫੁੱਲ ਚੜਾ ਦਿਆਂ। ਇਹ ਕੰਮ ਕਰ ਰਿਹਾ ਸੀ ਮਨ ਹੱਠ ਬੁੱਧੂ ਲਾਹੌਰ ਦੇ ਵਿੱਚ। ਮਨ ਹੱਠ ਕਰ ਰਿਹਾ ਸੀ। ਘਰ ਵਾਲੀ ਨੂੰ ਕਹਿੰਦਾ ਵੀ ਬਾਕੀ ਸਿੱਖਾਂ ਦੀ ਕੋਈ ਨਹੀਂ ਗੱਲ, ਗੁਰੂ ਅਰਜਨ ਦੇਵ ਜੀ ਵਾਲਾ ਥਾਲ ਵਧੀਆ ਜਿਹਾ ਸਜਾ ਕੇ ਲਿਆਈ ਜਰਾ, ਕਿਉਂਕਿ ਗੁਰੂ ਨੂੰ ਖੁਸ਼ ਕਰਕੇ ਇੱਟਾਂ ਪੱਕੀਆਂ ਕਰਾਉਣੀਆਂ। ਉਹਨੂੰ ਇਹ ਨਹੀਂ ਪਤਾ ਵੀ ਗੁਰੂ ਅਰਜਨ ਦੇਵ ਨੂੰ ਤੂੰ ਜਾਣਦਾ ਹੀ ਨਹੀਂ, ਉਹਦੀ ਸ਼ਖਸੀਅਤ ਕੀ ਹੈ। ਉਹਨੂੰ ਕੀ ਪਤਾ ਸੀ ਵੀ ਗੁਰੂ ਅਰਜਨ ਦੇਵ ਬਾਹਰ ਖੜੇ ਹੋਏ ਗਲੀ, ਜਿਹੜਾ ਗਲੀ 'ਚ ਖਲੋ ਕੇ ਰੋਟੀ ਮੰਗਦਾ, ਉਹਦੇ ਵਿੱਚ ਉਹ ਮੰਗ ਰਿਹਾ, ਗੁਰੂ ਅਰਜਨ ਦੇਵ ਰੋਟੀ ਮੰਗ ਰਿਹਾ। ਗੁਰੂ ਅਰਜਨ ਦੇਵ ਜੀ ਦੇ ਅੱਗੇ ਬੜਾ ਸੋਹਣਾ ਥਾਲ ਪਰੋਸ ਦਿੱਤਾ ਬੁੱਧੂ ਨੇ। ਬਾਹਰਲੇ ਪਾਸੇ ਉਹ ਸਿੱਖ ਖੜਾ ਹੈ ਜਿਹਨੇ ਪ੍ਰਸ਼ਾਦਾ ਮੰਗਿਆ ਸੀ, ਤੇ ਬੁੱਧੂ ਨੇ ਝਿੜਕ ਦਿੱਤਾ, ਕਹਿੰਦੇ ਚਲਾ ਜਾ ਤੂੰ ਤੇ ਰੋਜ਼ ਇੱਥੇ ਤੁਰਿਆ ਫਿਰ। ਗੁਰੂ ਅਰਜਨ ਦੇਵ ਜੀ ਪ੍ਰਸ਼ਾਦਾ ਛਕਣ ਤੇ ਉਹਨਾਂ ਦਾ ਚਿੱਤ ਨਹੀਂ ਕਰਦਾ। ਬੁੱਧੂ ਵਹਿੰਦਾ ਕਿ ਕਿਉਂ? ਹੁਣ ਲੋਕ ਗੁਰੂ ਨੂੰ ਵੀ ਤੇ ਲੀਡਰ ਹੀ ਸਮਝਦੇ, ਵੀ ਖੁਆਬ ਪਿਆ ਕੇ ਸਾਈਨ ਕਰਾ ਲਓ, ਇਸ ਤਰ੍ਹਾਂ ਦੀ ਗੱਲ ਥੋੜੀ ਹੈ। ਇੱਕ ਗੱਲ ਚੇਤੇ ਰੱਖਣਾ, ਸਿੱਖ ਨੂੰ ਪਾਸ ਕਰਕੇ ਗੁਰੂ ਨੂੰ ਕੋਈ ਖੁਸ਼ ਨਹੀਂ ਕਰ ਸਕਿਆ ਅੱਜ ਤੱਕ। ਜੇ ਕੋਈ ਕਵੇ ਮੈਂ ਗੁਰਸਿੱਖਾਂ ਨੂੰ ਦੀ ਇੱਜ਼ਤ ਨਹੀਂ ਕਰਨੀ ਤੇ ਮੈਂ ਗੁਰੂ ਨੂੰ ਖੁਸ਼ ਕਰਾ ਲਾਂਗਾ, ਇਹ ਨਹੀਂ ਹੋ ਸਕਿਆ, ਕਦੀ ਹੋ ਹੀ ਨਹੀਂ ਸਕਦਾ। ਕਿਉਂਕਿ ਦੋਵਾਂ ਦਾ ਸੰਬੰਧ ਮਾਂ ਤੇ ਪੁੱਤਰ ਵਾਲਾ ਹੈ। ਸਗੋਂ ਇੱਥੋਂ ਤੱਕ ਵਰਤਿਆ ਵੀ ਗੁਰੂ ਨੂੰ ਖੁਸ਼ ਕਰਨਾ ਹੋਵੇ, ਮਾਂ ਨੂੰ ਖੁਸ਼ ਕਰਨਾ ਹੋਵੇ ਤੇ ਪੁੱਤਰ ਨੂੰ ਖੁਸ਼ ਕਰਨਾ ਪਏਗਾ। ਗੁਰੂ ਨੂੰ ਖੁਸ਼ ਕਰਨਾ ਹੋਵੇ ਤੇ ਸਿੱਖਾਂ ਨੂੰ ਖੁਸ਼ ਕਰਨਾ ਪਏਗਾ। ਤਾਂ ਹੀ ਸੇਵਾ ਸਾਧ ਸੰਗਤ ਦੀ ਦੱਸੀ। ਇੱਕ ਬੜਾ ਵੱਡਾ ਨਿਯਮ ਸੀ ਸਾਡੇ ਵਿੱਚ, ਜਿਹਨੂੰ ਅਸੀਂ ਭੁੱਲ ਗਏ। ਅੱਜ ਅਸੀਂ ਇੰਨੇ ਸਖਤ ਹੋ ਗਏ ਵੀ ਸਿੱਖਾਂ ਨੂੰ ਸਿੱਖ ਨਹੀਂ ਸਮਝਦੇ ਤੇ ਗੁਰੂ ਨੂੰ ਗੁਰੂ ਸਮਝ ਨਹੀਂ ਸਕਦੇ। ਫਿਰ ਗੁਰੂ ਗ੍ਰੰਥ ਸਾਹਿਬ ਤੱਕ ਜਾ ਹੀ ਨਹੀਂ ਸਕਦੇ, ਆਪਾਂ ਸਿੱਖਾਂ ਨੂੰ ਸਿੱਖ ਸਮਝ ਹੀ ਨਹੀਂ। ਅਸੀਂ ਉਹ ਚੀਜ਼ਾਂ ਭੁੱਲ ਗਏ ਜਿਹੜੀਆਂ ਕਲਗੀਆਂ ਵਾਲੇ ਪਾਤਸ਼ਾਹ ਨੇ 1708 ਵਿੱਚ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਲੱਗਿਆ ਕਹੀਆਂ ਸਨ। 3 ਗੱਲਾਂ ਚੇਤੇ ਰੱਖਣਾ, ਮੈਂ ਤੁਹਾਡੇ ਨਾਲ ਰਵਾਂਗਾ, ਗੁਰੂ ਕੇ ਬਚਨ ਨੇ। ਉਹ 3 ਬਚਨ ਸਨ।
ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ, ਇਹ ਪਹਿਲਾ ਵਚਨ ਸੀ। ਇਹਦੇ ਤੋਂ ਅੱਗੇ ਕਿਹਾ ਸੀ ਆਪਸ ਵਿੱਚ ਪਿਆਰ ਰੱਖਣਾ, ਦੂਜਾ ਵਚਨ ਸੀ। ਤੇ ਤੀਜਾ ਸੀ ਪੰਥ ਦਾ ਵਾਧਾ ਲੋਚਣਾ। ਇਹ ਤਿੰਨ ਗੱਲਾਂ ਚੇਤੇ ਰੱਖੋਗੇ ਤੇ ਜਿੱਥੇ ਹੋਵੋਗੇ ਮੈਂ ਉੱਥੇ ਹੀ ਹੋਵਾਂਗਾ। ਤੇ ਜੇ ਇਹਨਾਂ ਤਿੰਨਾਂ ਵਿੱਚੋਂ ਇੱਕ ਵੀ ਛੱਡ ਦਿੱਤੀ ਤੇ ਮੇਰੀ ਆਸ ਨਾ ਕਰਿਓ। ਆਪਸ ਵਿੱਚ ਪਿਆਰ ਰੱਖਣਾ, ਇਹ ਹੁਣ ਅਸੀਂ ਵੇਖ ਲਈਏ ਵੀ ਆਪਸ ਵਿੱਚ ਸਾਡਾ ਪਿਆਰ ਕਿੰਨਾ ਕੁ ਹੈ ਤੇ ਈਰਖਾ ਕਿੰਨੀ ਕੁ ਚੱਲਦੀ ਹੈ, ਇਹ ਸਾਨੂੰ ਆਪ ਪਤਾ ਹੈ। ਸਿੱਖਾਂ ਨੂੰ ਪਾਸ ਕਰਕੇ ਕੋਈ ਗੁਰੂ ਤੱਕ ਨਹੀਂ ਜਾ ਸਕਦਾ। ਇੱਕ ਛੋਟੀ ਜਿਹੀ ਕਹਾਣੀ ਲਿਖੀ ਗਈ ਹੈ। ਇੱਕ ਪਿੰਡ ਦੇ ਬਾਹਰ ਇੱਕ ਝੋਪੜੀ ਵਿੱਚ ਇੱਕ ਸਾਧੂ ਰਹਿੰਦਾ ਸੀ। ਉਹਦੇ 2-4 ਸਿੱਖਣ ਵਾਲੇ ਚੇਲੇ ਵੀ ਸਨ ਤੇ ਰੋਜ਼ ਪਿੰਡ ਦੇ ਵਿੱਚੋਂ ਗਜਾ ਕਰਕੇ ਲਿਆਉਣਾ ਪੈਂਦਾ ਸੀ। ਗਜਾ ਦਾ ਮਤਲਬ ਪ੍ਰਸ਼ਾਦੇ ਮੰਗ ਕੇ ਲਿਆਉਂਦੇ ਸਨ। ਉਹਨਾਂ ਦਾ ਕੰਮ ਸੀ ਬੰਦਗੀ ਕਰਨੀ, ਵਿਦਿਆ ਲੈਣੀ, ਪੜ੍ਹਨੀ, ਇਹ ਕੰਮ ਕਰਨਾ। ਤੇ ਜਦੋਂ ਸਾਧ ਸੰਗਤ ਜੀ, ਉਹ ਜਿਹੜਾ ਸਾਧੂ ਸੀ ਆਪਣੇ ਚੇਲਿਆਂ ਨੂੰ ਵਾਰੀ-ਵਾਰੀ ਭੇਜਦਾ ਸੀ ਵੀ ਜਾਓ ਪਿੰਡ ਵਿੱਚੋਂ ਲਿਆਓ। ਤੇ ਇੱਕ ਦਿਨ ਉਹ ਕਹਿੰਦਾ ਵੀ ਜਿਹੜਾ ਘਰ ਬਾਹਰਲੇ ਪਾਸੇ ਵੇ ਉੱਥੋਂ ਕਦੀ ਪ੍ਰਸ਼ਾਦਾ ਲਿਆਉਂਦੇ ਹੋ? ਕਹਿਣ ਲੱਗੇ ਜੀ ਨਹੀਂ। ਉਹਨਾਂ ਦੀ ਜਿਹੜੀ ਉੱਥੇ ਮਾਈ ਹੈ ਨਾ, ਉਹ ਬੜੀ ਸਖਤ ਤੇ ਕੁਰਖਤ ਬੜੀ ਹੈ। ਜਦੋਂ ਜਾਂਦੇ ਆ ਕੋਈ ਬਹੁਤ ਕੌੜਾ ਬੋਲਦੀ ਹੈ। ਉਹ ਵਿਹਲੜ ਕਹਿੰਦੀ ਸਾਨੂੰ ਬਹੁਤ ਕੁਝ ਬੋਲਦੀ ਹੈ, ਇਸ ਕਰਕੇ ਅਸੀਂ ਪੱਕਾ ਛੱਡ ਹੀ ਦਿੱਤਾ ਹੈ। ਉਹਨੇ ਕਿਹਾ ਮੈਂ ਤੁਹਾਨੂੰ ਕਿਹਾ ਸੀ ਵੀ ਇੱਕ ਪਾਸੋਂ ਸਾਰਿਆਂ ਤੋਂ ਵਾਰੀ ਸਿਰ ਲਿਆਉਣਾ, ਕਿਸੇ ਨੂੰ ਛੱਡਣਾ ਨਹੀਂ। ਕਹਿਣ ਲੱਗੇ ਜੀ ਉਹ ਤੇ ਕਦੀ ਪ੍ਰਸ਼ਾਦਾ ਦੇ ਹੀ ਨਹੀਂ ਸਕਦੀ ਤੇ ਕੁਰਖਤ ਬੜੀ ਹੈ। ਕਹਿੰਦਾ ਇੱਕ ਦਿਨ ਮੈਂ ਜਾਣਾ। ਕਹਿੰਦੇ ਤੁਸੀਂ ਨਾ ਜਾਣਾ, ਉਹ ਗਲਤ ਬਹੁਤ ਬੋਲਦੀ। ਔਰ ਉਹ ਜਿਹੜੇ ਸ਼ਾਗਿਰਦ ਸਨ ਉਹ ਵਾਰ-ਵਾਰ ਉਹਨੂੰ ਪੁੱਛਦੇ ਸਨ ਵੀ ਰੱਬ ਨੂੰ ਖੁਸ਼ ਕਰਨ ਦਾ ਕੋਈ ਸੌਖਾ ਤਰੀਕਾ, ਕਿਉਂਕਿ ਰੱਬ ਇੰਨੀ ਜਲਦੀ ਖੁਸ਼ ਨਹੀਂ ਹੁੰਦਾ ਜਿਹਨੂੰ ਮਨਾਉਣ ਵਾਸਤੇ ਆਏ, ਕੋਈ ਸੌਖਾ ਤਰੀਕਾ। ਉਹਨੇ ਕਿਹਾ ਨਾਲੇ ਤੁਹਾਡੇ ਸਵਾਲ ਦਾ ਜਵਾਬ ਮਿਲ ਜਾਏਗਾ, ਨਾਲੇ ਮੈਂ ਤੁਹਾਨੂੰ ਉਸ ਮਾਈ ਤੋਂ ਪ੍ਰਸ਼ਾਦਾ ਲੈ ਕੇ ਵਿਖਾਵਾਂਗਾ। ਤੇ ਹੱਸ ਕੇ ਪ੍ਰਸ਼ਾਦਾ ਦੇ ਚਲਾ ਗਿਆ। ਨਾਲ ਉਹਦੇ ਸ਼ਾਗਿਰਦ ਵੀ ਸਨ। ਜਦੋਂ ਉਹਦੇ ਦਰਵਾਜ਼ੇ ਦੇ ਅੱਗੇ ਖੜੇ ਹੋਏ ਨਾ ਜਾ ਕੇ, ਤੇ ਹੈ ਵਾਕਈ ਉਹ ਕ੍ਰੋਧਿਤ ਸੀ ਉਹ ਮਾਈ। ਉਹਨੇ ਵੇਖਿਆ, ਪਰ ਉਹਦਾ ਇੱਕ ਬੱਚਾ ਸੀ ਛੋਟਾ ਜਿਹਾ, ਵਿਹੜੇ ਵਿੱਚ ਖੇਡਦਾ ਸੀ। ਉਹ ਜਿਹੜਾ ਫਕੀਰ ਹੈ ਨਾ, ਉਸ ਬੱਚੇ ਵੱਲ ਵੇਖ ਕੇ ਕਹਿੰਦਾ ਵੀ ਮਾਈ ਤੇਰੇ ਬੱਚੇ ਦੇ ਭਾਗ ਬਹੁਤ ਉੱਚੇ ਨੇ। ਬੱਚੇ ਦੀ ਉਸਤਤ ਕਰਨੀ ਸ਼ੁਰੂ ਕਰ ਦਿੱਤੀ। ਥੋੜਾ ਜਿਹਾ ਕ੍ਰੋਧ ਲੈ ਗਿਆ ਉਹਦਾ। ਫਿਰ ਕਹਿੰਦਾ ਵੀ ਇਹ ਵੱਡਾ ਹੋ ਕੇ ਥਾਣੇਦਾਰ ਬਣੇਗਾ ਜਾਂ DSP ਬਣੇਗਾ। ਬਸ ਭੁੱਲ ਗਿਆ ਗੁੱਸਾ ਉਸਨੂੰ। ਇਹ ਬਣੇਗਾ, ਉਹ ਬਣੇਗਾ, ਪਤਾ ਨਹੀਂ ਬਣੇਗਾ ਕਿ ਨਹੀਂ ਬਣੇਗਾ, ਪਰ ਉਹਦਾ ਗੁੱਸਾ ਲੈ ਗਿਆ। ਜਦੋਂ ਬਿਲਕੁਲ ਨਰਮ ਹੋ ਗਈ ਨਾ, ਬੱਚੇ ਦੀ ਵਡਿਆਈ ਕਰੀ ਆਉਂਦਾ, ਉਹਦੇ ਸਿਰ ਤੇ ਹੱਥ ਫੇਰਦਾ ਵੀ ਇਹ ਬਹੁਤ ਕਿਸਮਤ ਵਾਲਾ ਬੱਚਾ ਹੈ, ਬਹੁਤ ਵਧੀਆ, ਬਹੁਤ ਸਿਆਣਾ ਹੈ। ਤੇ ਉਸ ਮਾਂ ਤੋਂ ਕੁਝ ਮੰਗਿਆ ਵੀ ਨਹੀਂ। ਉਹ ਰਸੋਈ ਵਿੱਚ ਜੋ ਕੁਝ ਹੈ ਸੀ ਨਾ, ਸਾਰਾ ਕੁਝ ਚੁੱਕ ਕੇ ਬਾਹਰ ਲੈ ਕੇ। ਉਹ ਜਿਹੜੇ ਨਾਲ ਗਏ ਸੀ ਉਹ ਹੈਰਾਨ, ਕਹਿੰਦੇ ਵੀ ਇਹ ਤਾਂ ਕਿਸੇ ਨੂੰ ਇੱਕ ਦਾਣਾ ਦੇਣ ਨੂੰ ਤਿਆਰ ਨਹੀਂ ਤੇ ਸਾਰੀ ਰਸੋਈ ਬਾਹਰ ਲੈ ਕੇ ਆ ਗਏ, ਕੀ ਵਰਤਾਇਆ ਹੈ? ਉਹ ਜਦੋਂ ਲੈ ਕੇ ਵਾਪਸ ਆ ਗਏ, ਕਹਿੰਦੇ ਇਹ ਜੁਗਤ ਰੱਬ ਨੂੰ ਖੁਸ਼ ਕਰਨ ਦੀ ਹੈ, ਆਪਾਂ ਪੁੱਠੇ ਰਾਹ ਤੇ ਤੁਰ ਪਏ ਹਾਂ। ਅਸੀਂ ਮਾਂ ਤੋਂ ਸਿੱਧਾ ਮੰਗਦੇ ਹਾਂ ਤੇ ਬੱਚਿਆਂ ਨੂੰ ਕੱਢਦੇ ਹਾਂ ਗਾਲਾਂ ਸਾਰਾ ਦਿਨ। ਇਸ ਤਰ੍ਹਾਂ ਕਦੀ ਮਾਂ ਨੇ ਕੁਝ ਦੇਣਾ ਨਹੀਂ। ਇਸ ਕਰਕੇ ਸਤਿਗੁਰੂ ਨੇ ਸਿਧਾਂਤ ਦਿੱਤਾ ਸਾਡੀ ਜ਼ਿੰਦਗੀ ਦੇ ਵਿੱਚ, ਔਰ ਇਹ ਮਾਰਗ ਸਾਨੂੰ ਦੱਸਿਆ ਵੀ ਤੂੰ ਇਸ ਪਾਸੇ ਸ਼ੁਰੂ ਕਰ। ਇਹ ਪਹਿਲੀ ਕਲਾਸ ਹੈ ਜਿਹਦੇ ਵਿੱਚ ਹਜ਼ੂਰ ਕਹਿੰਦੇ ਗੁਰ ਸਿੱਖਾਂ ਕੀ ਹਰ ਧੂੜ ਦੇ, ਗੁਰ ਸਿੱਖਾਂ ਕੀ ਹਰ ਧੂੜ ਦੇ, ਗੁਰ ਸਿੱਖਾਂ ਕੀ ਗੁਰ ਸਿੱਖਾਂ ਕੀ ਹਰ ਧੂੜ ਦੇ, ਗੁਰ ਸਿੱਖਾਂ ਕੀ ਹਰ ਧੂੜ ਦੇ। हम पापी विगत पाहे, हम पापी विगत पाहे, हम पापी गुरसिखां की हर धूड़ दे। गुरु के प्यारियां दी धूड़ क्यों मंगी? क्योंकि गुरु खुश हुंदा है।
इस करके वो एक सिख बाहर खड़ा है ते बुद्धू सोचदा लाहौर विच गुरु अर्जन देव जी नूं खुश कर लांगा, आवा पक जाएगा, समाप्ति हो गई। एक कमलिया भी चला गया, गुरु अर्जन देव जी भी चले गए, अरदास हो गई, समागम समाप्त हो गया। ते जदों एक महीने बाद इट्टां दा भट्ठा कह लीए, आवा कह ली, पुराना शब्द है आवा, जिथे इट्टां बनदियां ने पकाईयां जांदियां उहनूं आवा कहिंदे सी। जदों बुद्धू दे नौकर गए, उन्हें कहा भी आवा खोलो भला वेखीए। गुरु साहब दे अगे बेनती की, अरदास की, इट्टां किवें दियां निकलियां? जदों खोलिया इट्टां सारियां कच्चियां। हुण जदों वेखिया भी इट्टां कच्चियां ने, बिजनेसमैन आदमी सी, वो तो पक्का करके बैठा सी, पक्कियां निकल। गुरु अर्जन देव जी अजे लाहौर विच सन, क्रोध विच आ गया, गुस्से विच आ गया, दौड़ के गया, क्योंकि बंदा सोचदा ही भी पाठ कराया सी, काम फिर भी नहीं होया, गुरु नूं उलामा दे के आइए। अगे गुरु अर्जन देव जी बैठे ने, ते बड़ा वाह दाई दौड़िया जा रहा है। हजूर ने वेख लिया भी बुद्धू आ गया इट्टां पका के। जदों अंदर गया, नहीं गुरु साहब नूं नमस्कार की, नहीं कुछ कहा, नहीं सुनिया, बड़ी काली विच कहंदा महाराज इट्टां ते पक्कियां नहीं, बस इक्को शब्द कहा। दूजा लका लिया अंदरों, वो भी कहा सी भी तुहानूं प्रशादा भी छकाया, इट्टां फिर नहीं पक्कियां। हजूर कहंदे भी मैं इहदा ठेका थोड़ी लिया सी भी जरूर पकनी, अरदास कीती सी मैं। कहंदे अरदास पूरी नहीं हुई? कहंदे अरदास जिहदे अगे कीती सी उहनूं तूं प्रशादा नहीं दिता, अरदास किवें पूरी हुंदी जिहदे अगे अरदास कीती? कहंदे वो कौन? कहंदे गुरु नानक साहब। कहंदे गुरु नानक साहब आए सी उत्थे? कहंदे आए सी, तेरियां अखां बंद सन। कित्थे सन? किहड़े पासे खड़े सन? कहंदे बाहर गली विच पुराने जे कपड़े पा के खड़े सी। कहंदे वो ते कमलिया सी। कहंदे शरीर कमलीए दा सी, प्रशादा गुरु नानक ने मंगिया सी। तेनू समझ नहीं आई, तेनू होश नहीं आई। असीं भी गुरु गोबिंद सिंह नूं इस तरह लभदे फिरने भी घोड़े ते चढ़ के आउणगे जी, कलगी लगी होवेगी जी, सारी उम्र हो गई उਡੀकदिआं नूं, पर जिहड़ा गुरु गोबिंद सिंह कोलों लंघदा कदी ਉਹਦੇ ਵੱਲ ध्यान ला के नहीं वेखिआ। सच्चे पातशाह ने कहा सी मैं इन्हां दे विच ही हाँ, ਪਹਿਲਾਂ ਇਹਨਾਂ ਵਿੱਚੋਂ ਵੇਖ, ਫਿਰ ਉਹ ਵੀ ਗੱਲ ਹੋ ਜਾਏਗੀ ਬਾਅਦ ਵਿੱਚ। ਅਜੇ ਤੂੰ ਇਹਨਾਂ ਵਿੱਚੋਂ ਹੀ ਨਹੀਂ ਵੇਖਿਆ ਕਿਤੋਂ, ਇਹਨਾਂ ਨਾਲ ਤੂੰ ਅੰਦਰੋਂ ਨਹੀਂ ਸੁਖਾਉਂਦਾ। ਜਦੋਂ ਤੂੰ ਇਹਨਾਂ ਵਿੱਚੋਂ ਵੇਖੇਗਾ ਫਿਰ ਦੂਜੀ ਗੱਲ ਹੋਵੇਗੀ ਬਾਅਦ ਵਿੱਚ। ਹਜੂਰ ਨੇ ਕਿਹਾ, ਕਹਿਣ ਲੱਗਾ ਜੀ ਉਹ ਤੇ ਇੱਟਾਂ ਪਿੱਲੀਆਂ ਨਿਕਲ ਆਈਆਂ। ਸੱਚੇ ਪਾਤਸ਼ਾਹ ਕਹਿੰਦੇ ਵੀ ਜਿਸ ਬੰਦੇ ਨੂੰ ਤੂੰ ਨਾ ਕੀਤੀ ਸੀ ਨਾ ਪ੍ਰਸ਼ਾਦਾ ਛਕਣ ਦੀ, ਤੂੰ ਸ਼ੁਕਰ ਕਰ ਵੀ ਪਿੱਲੀਆਂ ਰਹਿ ਗਈਆਂ ਨੇ। ਉਹ ਮੂੰਹੋਂ ਕੁਝ ਬੋਲ ਗਿਆ, ਥੋੜਾ ਜਿਹਾ ਉਹਦਾ ਗੁੱਸਾ ਨਿਕਲ ਗਿਆ। ਜੇ ਕਿਤੇ ਚੁੱਪ ਕਰਕੇ ਰਹਿ ਚਲਾ ਜਾਂਦਾ ਨਾ, ਤੇ ਨਾ ਤੇਰੀਆਂ ਪੱਕੀਆਂ ਸਨ ਤੇ ਨਾ ਕੱਚੀਆਂ ਸਨ, ਕੁਝ ਵੀ ਨਹੀਂ ਸੀ ਰਹਿਣਾ। ਉਹ ਇੰਨੀ ਵੱਡੀ ਤਾਕਤ ਹੈ। ਤੇ ਮੈਂ ਬੇਨਤੀ ਕਰ ਰਿਹਾ ਸੋ ਕੌਣ ਸੀ? ਪਹਿਲਾਂ ਉਹ ਇੱਕ ਡਾਕੇ ਮਾਰਦਾ ਸੀ, ਕਾਤਲ ਸੀ। ਪਹਿਲਾਂ ਉਹਦਾ ਨਾਂ ਸੀ ਲੱਖੂ। ਜਦੋਂ ਨੀਅਤ ਸ਼ੁੱਧ ਹੋ ਜਾਏ ਫਿਰ ਪਾਪਾਂ ਦੇ ਤਕੜੀ ਦਾ ਕੋਈ ਅਰਥ ਨਹੀਂ ਵੀ ਕਿੰਨੇ ਪਾਪ ਨੇ, ਇੱਕ ਪਲ ਵਿੱਚ ਖਤਮ ਹੋ ਸਕਦੇ। ਜਿੰਨਾ ਆਦਮੀ ਸਰਲ ਹੋਵੇਗਾ, ਪਾਪ ਜਿੰਨੇ ਮਰਜ਼ੀ ਹੋਣ। ਇਹ ਲੱਖੂ ਧਾੜ ਵੀ ਇਹਦਾ ਨਾਂ ਸੀ, ਇਲਾਕੇ ਵਿੱਚ ਇਹਦਾ ਨਾਂ ਚੱਲਦਾ ਸੀ। ਪਤਾ ਨਹੀਂ ਕਿੰਨੇ ਕੁ ਕਤਲ ਇਹਨੇ ਕੀਤੇ ਸਨ। ਤੇ ਜਦੋਂ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਸਾਹਿਬ ਸੇਵਾ ਲਾਈ, ਉਸ ਵੇਲੇ ਇੱਕ ਭਾਈ ਕਲਿਆਣਾ ਸੀ ਸਿੱਖ, ਬਾਹਰ ਜਾਂਦਾ ਹੁੰਦਾ ਸੀ। ਸਾਧ ਸੰਗਤ ਇਹਦੀ ਡਿਊਟੀ ਸੀ ਲੱਕੜਾਂ ਵੱਢ ਕੇ ਲਿਆਉਣ ਦੀ। ਤੇ ਨਾਲੇ ਭਾਈ ਕਲਿਆਣਾ ਜੰਗਲ ਦੇ ਵਿੱਚ ਇੱਕ ਥਾਂ ਬਣਾਇਆ ਸੀ ਇਹਨੇ ਰੁੱਖ ਥੱਲੇ, ਉੱਥੇ ਬਹਿ ਕੇ ਇੱਕ ਦਿਨ ਛਾਵੇਂ ਪਾਠ ਕਰ ਰਿਹਾ ਸੀ। ਇਧਰੋਂ ਲੱਖੂ ਲੰਘਿਆ, ਉਧਰੋਂ ਇਹ ਜਪਜੀ ਸਾਹਿਬ ਪੜ੍ਹ ਰਿਹਾ ਸੀ। ਤੇ ਲੱਖੂ ਧਾੜਵੀ ਨੇ ਮੋਢੇ ਤੇ ਗੰਡਾਸੀ ਰੱਖੀ ਹੋਈ ਸੀ, ਗੰਡਾਸੀ ਲੈ ਕੇ ਮਾਰਨ ਵਾਸਤੇ ਗਿਆ ਭਾਈ ਕਲਿਆਣੇ ਨੂੰ। ਜਦੋਂ ਨੇੜੇ ਗਿਆ ਨਾ, ਜਦੋਂ ਦਰਸ਼ਨ ਕੀਤੇ ਭਾਈ ਕਲਿਆਣੇ ਦੇ, ਤੇ ਉਹ ਜਪਜੀ ਸਾਹਿਬ ਦੀ ਤੁਕ ਬੜੇ ਪਿਆਰ ਨਾਲ ਪੜ੍ਹ ਰਹੇ ਸਨ। ਉਹਦੇ ਵਿੱਚ ਇੰਨੀ ਖਿੱਚ ਸੀ, ਇੰਨਾ ਪਿਆਰ ਸੀ ਕਿ ਸੁਣ ਕੇ ਇਹਦਾ ਮਨ ਠੰਡਾ ਹੋ ਗਿਆ। ਬੈਠ ਗਿਆ ਚੌਂਕੜਾ ਮਾਰ ਕੇ। ਭਾਵੇਂ ਨਹੀਂ ਸੀ ਸਮਝਦਾ, ਪਰ ਆਵਾਜ਼ ਇੰਨੀ ਪਿਆਰ ਵਾਲੀ ਸੀ। ਬੜੀਏ ਪਿਆਰ ਨਾਲ। ਸਭਨਾ ਜੀਆਂ ਕਾ ਇੱਕ ਦਾਤਾ,
ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨ ਜਾਈ, ਸੋ ਮੈਂ ਵਿਸਰ ਨ ਜਾਈ, ਸੋ ਮੈਂ ਭਾਈ ਕਲਿਆਣੇ ਨੇ ਜਦੋਂ ਜਪਜੀ ਸਾਹਿਬ ਪੜ੍ਹਿਆ ਤੇ ਲੱਖੂ ਅੱਗੇ ਬੈਠਾ ਸੀ, ਕਹਿਣ ਲੱਗਾ ਤੂੰ ਕੌਣ ਹੈ ਤੇ ਕੀ ਪੜ੍ਹ ਰਿਹਾ ਹੈ? ਕਹਿਣ ਲੱਗਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਜਪਜੀ ਸਾਹਿਬ। ਕਹਿੰਦੇ ਪਤਾ ਨਹੀਂ ਅੱਜ ਮੇਰੇ ਹੱਥਾਂ ਨੂੰ ਕੀ ਹੋ ਗਿਆ, ਮੈਂ ਬੰਦੇ ਨੂੰ ਪੁੱਛਿਆ ਨਹੀਂ ਕਦੇ ਵੀ ਤੂੰ ਕੌਣ ਹੈ, ਬਸ ਜਿਹਦਾ ਅੱਗੇ ਆਉਂਦਾ ਮੈਂ ਗਲਾ ਹੀ ਕੱਟਣਾ, ਦੂਸਰੀ ਗੱਲ ਨਹੀਂ। ਪਰ ਪਤਾ ਨਹੀਂ ਤੇਰੇ ਨਾਲ ਮੈਨੂੰ ਕਿਉਂ ਸਨੇਹ ਜਾਗ ਪਿਆ। ਆਹ ਬਾਣੀ ਇੱਕ ਵਾਰੀ ਹੋਰ ਸੁਣਾ ਮੈਨੂੰ, ਇਹ ਕਿਹਦੀ ਬਾਣੀ ਹੈ? ਉਹ ਗੁਰੂ ਦੇ ਦਰਸ਼ਨ ਹੋਣਗੇ। ਕਹਿਣ ਲੱਗੇ ਚੱਲ। ਭਾਈ ਕਲਿਆਣਾ ਲੈ ਕੇ ਆਇਆ ਲੱਖੂ ਨੂੰ, ਪਿੱਛੇ ਤੁਰਿਆ ਆਉਂਦਾ ਤੇ ਸਤਿਗੁਰੂ ਪਰਿਕਰਮਾ ਵਿੱਚ ਬੈਠੇ ਗੁਰੂ ਅਰਜਨ ਦੇਵ ਪਾਤਸ਼ਾਹ, ਸੇਵਾ ਚੱਲ ਰਹੀ। ਅੱਗੇ ਅੱਗੇ ਕਲਿਆਣਾ ਤੇ ਪਿੱਛੇ ਪਿੱਛੇ ਲੱਖੂ, ਧਾੜਵੀ ਹੱਥ ਵਿੱਚ ਗੰਡਾਸੀ ਫੜੀ, ਉਸੇ ਤਰ੍ਹਾਂ ਆ ਗਿਆ ਸਿੱਧਾ। ਇੱਥੇ ਫਾਰਮੈਲਿਟੀ ਨਹੀਂ ਚੱਲਦੀ, ਇੱਥੇ ਕੁਝ ਅੰਦਰਲੀ ਚੀਜ਼ ਹੈ ਉਹ ਕੰਮ ਦਿੰਦੀ। ਜਦੋਂ ਆਇਆ ਭਾਈ ਕਲਿਆਣੇ ਨੇ ਮੱਥਾ ਟੇਕਿਆ, ਪਰ ਉਹਨੇ ਨਹੀਂ ਟੇਕਿਆ, ਸਿੱਧਾ ਹੀ ਖਲੋ ਗਿਆ ਜਾ ਕੇ। ਪਰ ਵੇਖੋ ਸਤਿਗੁਰੂ ਨੇ ਪੁੱਛਿਆ ਕਲਿਆਣਿਆ ਇਹ ਕੌਣ ਹੈ? ਤੇ ਉੱਥੇ ਉਹਨੇ ਸੰਤ ਦੀ ਪਰਿਭਾਸ਼ਾ ਕੀਤੀ ਵੀ ਸਿੱਖੀ ਵਿੱਚ ਸੰਤ ਦੇ ਕੀ ਅਰਥ ਨੇ। ਭਾਈ ਕਲਿਆਣੇ ਨੇ ਕਿਹਾ ਸੀ ਮਹਾਰਾਜ ਇਹ ਕੌਣ ਹੈ ਤੇ ਕੌਣ ਨਹੀਂ, ਇਹ ਤੁਸੀਂ ਜਾਣੋ, ਕਲਿਆਣੇ ਦਾ ਕੰਮ ਸੀ ਤੁਹਾਡੇ ਕੋਲ ਲਿਆਉਣਾ, ਮੈਂ ਲੈ ਆਂਦਾ। ਇਹ ਕੌਣ ਹੈ ਹੁਣ ਤੁਸੀਂ ਵੇਖੋ। ਪੁੱਛਿਆ ਤੇਰਾ ਨਾਂ ਕੀ? ਕਹਿੰਦੇ ਲੱਖੂ ਧਾੜਵੀ। ਹਜੂਰ ਬੜੇ ਖੁਸ਼ ਹੋਏ, ਕਹਿੰਦੇ ਕੌਣ ਧਾੜਵੀ? ਆਪਣੇ ਆਪ ਨੂੰ ਧਾੜਵੀ ਕਹਿੰਦਾ? ਕੋਈ ਚੋਰ ਕਹਿੰਦਾ ਵੀ ਮੈਂ ਚੋਰ ਹਾਂ? ਜਿਨ੍ਹਾਂ ਜਿਨ੍ਹਾਂ ਨੇ ਮੰਨਿਆ ਮੈਂ ਚੋਰ ਹਾਂ, ਉਸ ਬੰਦੇ ਨੇ ਵੀ ਮੰਨ ਲਿਆ ਸੀ ਜਿਸ ਨੂੰ ਭੂਮੀਆ ਚੋਰ ਕਹਿੰਦੇ ਨੇ। ਕਿਉਂ ਸੰਤ ਬਣਿਆ? ਜਦੋਂ ਕਿਸੇ ਨੇ ਪੁੱਛਿਆ ਤੂੰ ਕੌਣ ਹੈ, ਕਹਿੰਦੇ ਮੈਂ ਚੋਰ ਹਾਂ। ਮੰਨਣ ਦੀ ਦੇਰ ਹੈ ਬਸ, ਮੰਨੇ ਕੀ ਗੱਤ ਕਹੀ ਨਾ ਜਾਏ। ਆਪਾਂ ਮੰਨਦੇ ਕੋਈ ਨਹੀਂ ਵੀ ਚੋਰ ਆ, ਲੇਬਲ ਲਾਈ ਫਿਰਨੇ ਐਵੇਂ ਬਿਨਾਂ ਕੰਮ। ਬਸ ਗੁਰੂ ਕੋਲ ਦੇਰ ਨਹੀਂ ਲੱਗਦੀ, ਜਦੋਂ ਮੰਨ ਜਾਈਏ ਵੀ ਆਪਾਂ ਕੌਣ ਆ, ਸਾਰਾ ਦੱਸਦੀ ਵੀ ਮੈਂ ਇਸ ਤਰ੍ਹਾਂ ਦਾ ਹੀ ਹਾਂ। ਪਰ ਸਾਡੀ ਆਦਤ ਹੈ ਮੁਖੌਟਿਆਂ ਦੀ, ਅਸੀਂ ਮੂੰਹ ਰੱਖੇ ਹੋਏ ਨੇ। ਜਦੋਂ ਗੁਰਦੁਆਰੇ ਆਉਣਾ ਹੋਵੇ ਇੱਕ ਮੂੰਹ ਹੋਰ ਲਾ ਕੇ, ਤੁਸੀਂ ਵੇਖਿਆ ਹੋਣਾ ਨਾ ਮੁਖੌਟੇ ਬੱਚੇ ਖੇਡਦੇ ਨੇ ਮੂੰਹ ਤੇ ਲਾ ਕੇ, ਕਦੀ ਰਾਖਸ਼ ਬਣ ਜਾਂਦੇ ਨੇ, ਕਦੀ ਕੁਝ ਕਦੀ ਕੁਝ। ਆਪਾਂ ਵੀ ਮੂੰਹ ਰੱਖੇ ਨੇ ਬੜੇ, ਗੁਰਦੁਆਰੇ ਵਾਲਾ ਹੋਰ, ਕਲੱਬ ਵਾਲਾ ਹੋਰ, ਸ਼ਰਾਬ ਦੀ ਬਾਰ ਵਾਲਾ ਵੱਖਰਾ, ਕਿੰਨੇ ਮੂੰਹ ਨੇ, ਝੂਠ ਬੋਲਣ ਵਾਲਾ ਵੱਖਰਾ, ਨਿੰਦਿਆ ਵਾਲਾ ਵੱਖਰਾ। ਤੇ ਗੁਰੂ ਦੀ ਅੱਖ ਇੰਨੀ ਵੱਡੀ ਵੀ ਜਦੋਂ ਸਾਡਾ ਇਹ ਮੂੰਹ ਵਹਿੰਦਾ ਤੇ ਦੂਜੇ ਮੂੰਹ ਨਾਲ ਹੀ ਦਿਸਦੇ ਉਹਨੂੰ ਸਾਰੇ। ਉਹ ਕਹਿੰਦੇ ਵੀ ਇੱਕ ਮੂੰਹ ਕਰਕੇ ਆ ਪਹਿਲਾਂ। ਆ ਕਹਿੰਦੇ ਨਾ ਰਾਵਣ ਦੇ 10 ਸਿਰ ਸਨ, 10 ਸਿਰ, 10 ਸਿਰ ਨਹੀਂ ਸਨ ਉਹਦੇ, ਕੱਲੇ ਰਾਵਣ ਦੇ 10 ਨਹੀਂ ਸਨ, ਉਹਦੇ 10 ਸਨ। ਹੁਣ ਤੇ 100 ਸਾਰਿਆਂ ਦਾ ਮੂੰਹ ਕਈ ਬੰਦੇ ਦੇ ਕਿੰਨੀ ਤਰ੍ਹਾਂ ਦੇ। ਇੱਕ ਸਿਰ ਵਾਲਾ ਆਦਮੀ ਬਹੁਤ ਘੱਟ ਨੇ, ਇੱਕ ਅੱਖ ਵਾਲੇ ਆਦਮੀ ਬਹੁਤ ਘੱਟ ਮਿਲਦੇ ਨੇ। ਸਦਾ ਨਿਹਾਰੈ ਏਕੋ ਨੇਤਰੇ, ਸੁਖਮਣੀ ਸਾਹਿਬ। ਜਦੋਂ ਸਤਿਗੁਰੂ ਦੇ ਸਾਹਮਣੇ ਆਇਆ ਨਾ ਲੱਖੂ, ਕਹਿਣ ਲੱਗੇ ਤੇਰਾ ਨਾਂ ਕੀ ਹੈ? ਕਹਿੰਦੇ ਲੱਖੂ। ਕੀ ਕੰਮ ਕਰਨਾ? ਕਹਿੰਦੇ ਬਸ ਲੋਕਾਂ ਨੂੰ ਲੁੱਟਣਾ ਤੇ ਮਾਰਨਾ। ਗੁਰੂ ਅਰਜਨ ਦੇਵ ਜੀ ਉਹਦੇ ਵੱਲ ਧਿਆਨ ਲਾ ਕੇ ਬਹਿ ਗਏ, ਕਿਉਂਕਿ ਉਹਨੇ ਮੰਨ ਲਿਆ ਵੀ ਮੈਂ ਜੋ ਕਰਨਾ। 2 ਸਵਾਲ ਪੁੱਛੇ ਸਨ ਉਹਦੇ ਤੋਂ। ਪਹਿਲਾ ਸਵਾਲ ਸੀ ਜੋ ਗੁਰੂ ਸਾਰਿਆਂ ਤੋਂ ਪੁੱਛਦਾ। ਪਹਿਲਾ ਸਵਾਲ ਸੀ ਜ਼ਿੰਦਗੀ ਵਿੱਚ ਕੋਈ ਚੰਗਾ ਕੰਮ ਕੀਤਾ? ਮੈਂ ਬੜੇ ਲੋਕ ਵੇਖੇ ਨੇ ਜਿਨ੍ਹਾਂ ਨੂੰ ਇੱਕ ਸਵਾਲ ਕੀਤਾ ਗਿਆ ਬੈਠਿਆਂ, ਕਿਸੇ ਨੇ ਪੁੱਛਿਆ ਹੁਣ ਤੱਕ ਚੰਗੇ ਕਿੰਨੇ ਕੁ ਕੀਤੇ ਨੇ, ਬਸ ਇੱਕਦਮ ਲਿਸਟ ਖੋਲ ਦਿੰਦੇ ਚੰਗਿਆਂ ਦੀ। ਬਸ ਇੱਥੋਂ ਹੀ ਟੈਸਟ ਹੋ ਜਾਂਦਾ ਵੀ ਅਜੇ ਇਹ ਨਹੀਂ, ਇਹਦਾ ਸਮਾਂ ਨਹੀਂ ਆਇਆ। ਜਦੋਂ ਪੁੱਛਿਆ ਨਾ ਵੀ ਤੂੰ ਚੰਗਾ ਕੰਮ ਕੀਤਾ ਕੋਈ,
ਤੇ ਲੱਖੂ ਨੇ ਵੀ ਕੋਈ ਨਾ ਕੋਈ ਤਾਂ ਚੰਗਾ ਕੀਤਾ ਹੀ ਹੋਵੇਗਾ ਜ਼ਿੰਦਗੀ ਵਿੱਚ। ਘੱਟੋ ਘੱਟ ਜਦੋਂ ਜਨਮ ਲਿਆ ਉਦੋਂ ਤੇ ਕੋਈ ਪੰਡਤ ਨੇ ਰਾਮ ਰਾਮ ਕੀਤਾ ਹੀ ਹੋਣਾ ਆ ਕੇ। ਉਹ ਹੀ ਕਹਿ ਦਿੰਦਾ ਵੀ ਮੇਰੀ ਮਾਂ ਨਾਮ ਜਪਦੀ। ਹੁਣ ਤਾਂ ਇਹ ਵੀ ਬੜਾ ਚੱਲਦਾ ਜੇ, ਆਪ ਭਾਵੇਂ ਬੰਦਾ ਸ਼ਰਾਬ ਪੀਂਦਾ ਹੋਵੇ, ਕਹਿੰਦੇ ਸਾਡਾ ਦਾਦਾ ਜਥੇਦਾਰ ਸੀ ਜੀ, ਉਹਦੀ ਜਥੇਦਾਰੀ ਇੱਥੇ ਬੋਤਲ ਵਿੱਚ ਵਾੜ ਦਿੱਤੀ, ਲਿਆ ਸਾਨੂੰ ਮਾਫ ਹੈ, ਕਹਿੰਦੇ ਜੋ ਮਰਜ਼ੀ ਕਰੋ। ਇਹ ਜੀ ਖਾਨਦਾਨੀ ਸਿੱਖ ਹੈ ਪੁਰਾਣਾ, ਕਈਆਂ ਪੀੜ੍ਹੀਆਂ ਤੋਂ ਪੁਰਾਣੇ ਸਿੱਖ ਨੇ, ਪੰਥਕ ਨੇ। ਤੇ ਸਾਡੇ ਵਰਗੇ ਲੱਭ ਜਾਂਦੇ ਨੇ ਇਹ ਸਾਰੀਆਂ ਕਥਾਵਾਂ ਕਰਨ ਵਾਸਤੇ ਵੀ ਫਲਾਣਾ ਬੰਦਾ, ਇਹਦਾ ਪਿਓ ਇਹ ਸੀ, ਦਾਦਾ ਇਹ ਸੀ, ਕੀ ਹੋਇਆ ਇਹ ਰਿਸ਼ਵਤਖੋਰ ਹੈ, ਕੀ ਹੋਇਆ ਇਹਨੇ ਪੰਥ ਦੀ ਪਿੱਠ ਵਿੱਚ ਛੁਰਾ ਮਾਰਿਆ। ਪਿਛਲੇ ਤੇ ਸਾਰੇ ਦੇਸ਼ ਭਗਤ ਹੀ ਸਨ, ਉਹਨਾਂ ਵਿੱਚੋਂ ਇਹ ਬੰਦੇ ਦੀ ਹਉਮੈ ਦੀ ਨਿਸ਼ਾਨੀ, ਆਪਣੇ ਆਪ ਨੂੰ ਸਿੱਧ ਕਰਦਾ ਵੀ ਮੈਂ ਬਹੁਤ ਵੱਡਾ। ਜਦੋਂ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਵੀ ਤੂੰ ਚੰਗਾ ਕੰਮ ਕੀਤਾ ਤੇ ਉਹਨੇ ਸੱਚ ਕਹਿ ਦਿੱਤਾ, ਇਹਨੂੰ ਕਹਿੰਦੇ ਇਹਦੀ ਨੀਅਤ ਸਾਫ਼ ਹੈ ਇਸ ਲੱਖੂ ਦੀ, ਭਾਵੇਂ ਪਾਪ ਇਹਦੇ ਅੰਦਰ ਹੈਣ। ਨੀਅਤ ਕੀ ਹੈ? ਕਹਿਣ ਲੱਗਾ ਮਹਾਰਾਜ ਮੈਂ ਅੱਜ ਤੱਕ ਕੋਈ ਚੰਗਾ ਕੰਮ ਨਹੀਂ ਕੀਤਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ 50% ਸੈਟੀਸਫਾਈ ਹੋ ਗਏ, ਬਖਸ਼ਿਸ਼ ਕਰਨ ਵਾਸਤੇ ਤਿਆਰ ਹੋ ਗਏ, ਕਿਉਂਕਿ ਗੁਰੂ ਨੂੰ ਇਸ ਤਰ੍ਹਾਂ ਦੇ ਲੋਕ ਬੜੇ ਘੱਟ ਮਿਲਦੇ ਨੇ ਜਿਹੜੇ ਆਪਣੇ ਆਪ ਬਾਰੇ ਮੰਨ ਜਾਣ ਮੈਂ ਕੌਣ। ਭਗਤੀ ਦਾ ਕੋਈ ਅਰਥ ਨਹੀਂ ਇੱਥੇ। ਜਪ ਤਪ ਸਾਰੇ ਤਾਂ ਹੀ ਕਰਨੇ ਨੇ, ਅਸੀਂ ਤੇ ਹੋਰ ਰਾਹ ਤੇ ਚਲੇ ਗਏ ਵੀ ਇੰਨੇ ਪਾਠ ਕਰਕੇ ਤਾਂ ਗੁਰੂ ਖੁਸ਼ ਹੋਏਗਾ। ਪਾਠ ਕਰੋ ਜ਼ਰੂਰ, ਪਰ ਪਾਠ ਦਾ ਪ੍ਰਯੋਜਨ ਇਹ ਹੈ ਵੀ ਆਪਾਂ ਮੰਨ ਜਾਈਏ ਵੀ ਮੈਂ ਯੋਗ ਨਹੀਂ ਤੇਰੇ ਅੱਗੇ, ਮੇਰੇ ਵਿੱਚ ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ। ਉਹ ਤਾਂ ਕਰਨੇ ਨੇ, ਕਰਨੇ ਚਾਹੀਦੇ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਦੂਜਾ ਸਵਾਲ ਪੁੱਛਿਆ, ਕਹਿਣ ਲੱਗੇ ਦੱਸ ਤੂੰ ਜ਼ਿੰਦਗੀ ਵਿੱਚ ਕੋਈ ਮਾੜਾ ਕੰਮ ਕੀਤਾ? ਤੇ ਦੂਸਰਾ ਜਵਾਬ ਸੀ, ਮਹਾਰਾਜ ਮੇਰੇ ਖਿਆਲ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਗਲਤ ਕੰਮ ਨਹੀਂ ਜਿਹੜਾ ਮੈਂ ਆਪਣੇ ਜੀਵਨ ਵਿੱਚ ਨਾ ਕੀਤਾ ਹੋਵੇ। ਜਦੋਂ ਪ੍ਰਵਾਨ ਕੀਤਾ, ਭਾਵੇਂ ਉਹਦੇ ਕੋਲ ਸ਼ਬਦ ਨਹੀਂ ਸਨ, ਪਰ ਸਾਡੇ ਕੋਲ ਸ਼ਬਦ ਨੇ। ਉਹਦੇ ਅੰਦਰ ਇੱਕ ਤਾਰ ਗੂੰਜ ਰਹੀ ਸੀ, ਉਹਨੂੰ ਪੜ੍ਹੀਏ, ਸਤਿਗੁਰਾਂ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਈਏ। ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ, ਨਿਰਗੁਣ ਹਾਰੇ ਕੋ ਗੁਣ ਨਾਹੀ, ਨਿਰਗੁਣ ਹਾਰੇ ਨਿਰਗੁਣ ਹਾਰੇ ਕੋ ਗੁਣ ਨਾਹੀ, ਨਿਰਗੁਣ ਹਾਰੇ ਕੋ ਗੁਣ ਨਾਹੀ। ਆਪੇ ਤਰਸ ਪਇਓਈ, ਆਪੇ ਤਰਸ ਪਇਓਈ, ਆਪੇ ਤਰਸ ਤਰਸ ਪਿਆ ਮੇਰਾ ਮਤ ਹੋਈ, ਤਰਸ ਪਿਆ ਮੇਰਾ ਮਤ ਹੋਈ। ਤਰਸ ਪਿਆ ਮੇਰਾ ਮਤ ਹੋਈ, ਤਰਸ ਪਿਆ ਮੇਰਾ ਮਤ ਹੋਈ। ਨਿਰਗੁਣ ਹਾਰੇ ਕੋ ਗੁਣ ਨਾਹੀ, ਨਿਰਗੁਣ ਹਾਰੇ ਕੋ ਗੁਣ ਨਾਹੀ। ਇੱਕੋ ਚੀਜ਼ ਨਾਲ ਸਾਡਾ ਪਾਰ ਉਤਾਰਾ ਹੋ ਸਕਦਾ, ਉਹਨੂੰ ਕਹਿੰਦੇ ਨੇ ਮਿਹਰ, ਬਖਸ਼ਿਸ਼। ਇਹ ਦੋ ਚੀਜ਼ਾਂ ਇਕੱਠੀਆਂ ਆਉਂਦੀਆਂ ਨੇ। ਸਿੱਖੀ ਦੇ ਅੰਦਰ ਕਿਸੇ ਜਪ ਤਪ ਨੂੰ ਇਹ ਅਸਥਾਨ ਨਹੀਂ ਕਿ ਉਹਦੇ ਨਾਲ ਉਹ ਪ੍ਰਵਾਨ ਹੋਏਗਾ ਹੀ ਜ਼ਰੂਰ। ਸਿੱਖੀ ਦੇ ਅੰਦਰ ਸਿਰਫ ਬਖਸ਼ਿਸ਼ ਕੰਮ ਕਰਦੀ। ਜਪ ਤਪ ਤਾਂ ਕਰਨਾ, ਸੇਵਾ ਤਾਂ ਕਰਨੀ ਹੈ ਬਈ ਕਰਦਿਆਂ 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 ਕਰਦਿਆਂ, ਕਿਉਂਕਿ ਸਤਿਗੁਰੂ ਸਾਰੇ ਥਾਵਾਂ ਤੇ ਵਿਚਰਦੇ। ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਗੁਰੂ ਕਿਤੇ ਪੁੱਛ ਲਵੇ ਵੀ ਆ ਬੰਦਾ ਬੜੇ ਚਿਰ ਦਾ ਹੁੰਦਾ, ਇਹਦੇ ਪੱਲੇ ਕੁਝ ਹੈ ਕਿ ਨਹੀਂ। ਕਈ ਵਾਰੀ ਆਉਂਦਾ ਵਿਚਾਰਾ, ਥੱਕ ਵੀ ਜਾਂਦਾ ਸੇਵਾ ਕਰ ਕਰਕੇ, ਥੱਕ ਗਿਆ ਪਾਠ ਕਰ ਕਰਕੇ,
ਕਿੰਨੇ ਸਾਲਾਂ ਤੋਂ ਆਉਂਦਾ ਹੈ, ਅੱਜ ਥੱਕ ਕੇ ਕੰਧ ਨਾਲ ਡਿੱਗਾ ਪਿਆ, ਗੁਰੂ ਨੂੰ ਤਰਸ ਆ ਗਿਆ। ਗੁਰੂ ਅਮਰਦਾਸ ਜੀ ਜਿੱਦਣ ਡਿੱਗੇ ਸਨ, ਪਾਣੀ ਲੈ ਕੇ ਆ ਰਹੇ ਸਨ, ਤੇ ਗੁਰੂ ਅੰਗਦ ਦੇਵ ਜੀ ਨੇ ਤਖਤ ਤੇ ਬਿਠਾ ਦਿੱਤਾ ਲਿਆ ਕੇ, ਬੜੇ ਸੋਹਣੇ ਕੱਪੜੇ ਪਵਾ ਕੇ, ਆਪ ਚੌਰ ਕੀਤਾ ਗੁਰੂ ਅਮਰਦਾਸ ਜੀ ਨੇ। 12 ਸਾਲ ਹੋ ਗਏ ਸੀ ਸੇਵਾ ਕਰਦਿਆਂ ਨੂੰ, ਤੇ ਗੁਰੂ ਅਮਰਦਾਸ ਜੀ ਨੂੰ ਤਖਤ ਤੇ ਬਿਠਾਇਆ, ਸਫੈਦ ਵਸਤਰ ਚੌਰ ਝੁਲਾਇਆ, ਤੇ ਬਾਅਦ ਵਿੱਚ ਗੁਰੂ ਅਮਰਦਾਸ ਜੀ ਪੁੱਛਦੇ ਨੇ, ਸਤਿਗੁਰੂ ਮੈਂ 12 ਸਾਲਾਂ ਤੋਂ ਪਾਣੀ ਢੋਣਾ, ਅੱਜ ਕੋਈ ਵੱਖਰਾ ਪਾਣੀ ਲੈ ਆਇਆ? ਉਹੀ ਗਾਗਰ, ਉਹੀ ਪਾਣੀ, ਉਹੀ ਬਿਆਸ, ਉਹੀ ਅਮਰਦਾਸ, ਅੱਜ ਕੀ ਗੱਲ ਹੋਈ? ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ, ਪੁਰਖਾ ਮੈਂ ਤੈਨੂੰ 12 ਸਾਲ ਤੋਂ ਉਡੀਕਦਾ ਸੀ ਪਿਆ ਵੀ ਅਮਰਦਾਸ ਕਿੱਦਣ ਡਿੱਗਦਾ ਹੈ, ਕਿਉਂਕਿ ਮੈਂ ਚੁੱਕਦਾ ਉਹਨਾਂ ਨੂੰ ਆ ਜਿਹੜੇ ਡਿੱਗ ਪੈਂਦੇ ਨੇ, ਦੂਜੇ ਨੂੰ ਚੁੱਕਾਂ ਕਿਵੇਂ? ਜਿਹੜਾ ਆਪ ਕਹਿੰਦਾ ਮੈਂ ਚੜ੍ਹਦੀ ਕਲਾ ਚ ਜੀ। ਚੜ੍ਹਦੀ ਕਲਾ ਸੰਸਾਰ ਵੱਲ ਰੱਖਣੀ ਹੈ, ਗੁਰੂ ਅੱਗੇ ਨਹੀਂ ਚੜ੍ਹਦੀ ਕਲਾ, ਉੱਥੇ ਨਿਭ ਕੇ ਰਹਿਣਾ ਹੋਵੇਗਾ। ਕਹਿਣ ਲੱਗੇ, ਮੈਂ ਵੇਖ ਰਿਹਾ ਸੀ 12 ਸਾਲ ਤੋਂ, ਕਿੱਦਣ ਤੂੰ ਡਿੱਗੇ ਤੇ ਮੈਂ ਤੈਨੂੰ ਚੁੱਕਾਂ, ਔਰ ਜਿੱਦਣ ਸਿੱਖ ਮੇਰੇ ਪਿਆਰ ਵਿੱਚ ਡਿੱਗਦਾ ਮੈਂ ਉਦਣ ਉਹਨੂੰ ਚੁੱਕਣਾ। ਇਹ ਜਪ ਤਪ, ਇਹ ਸੇਵਾਵਾਂ ਤਾਂ ਨੇ, ਕਰਦਿਆਂ ਕਰਦਿਆਂ ਆਦਮੀ ਹਾਰ ਜਾਏ ਵੀ ਮੇਰੇ ਤੋਂ ਕੁਝ ਨਹੀਂ ਹੁੰਦਾ, ਮੇਰੇ ਤੋਂ ਕੁਝ ਨਹੀਂ ਹੁੰਦਾ। ਜਦੋਂ ਇਹ ਹਾਲਾਤ ਆਵੇਗੀ ਤੇ ਤਰਸ ਪਿਆ, ਗੁਰੂ ਨੂੰ ਆਏਗਾ ਤਰਸ, ਤੇ ਤਰਸ ਆਉਂਦਿਆਂ ਸਾਰ ਜੋ ਕੁਝ ਗੁਰੂ ਦੇ ਕੋਲ 240 ਸਾਲਾਂ ਦੀ 10 ਜਾਮਿਆਂ ਦੀ ਕਮਾਈ ਇੱਕਦਮ ਉਛਲ ਕੇ ਸਿੱਖ ਤੇ ਵਰ ਜਾਏਗੀ, ਉਹਦੇ ਵਿੱਚੋਂ ਰੰਗਿਆ ਜਾਏਗਾ। ਇਹ ਹੈ ਸਿੱਖੀ ਦੀ ਪ੍ਰਾਪਤੀ, ਉੱਥੇ ਕਮਾਈਆਂ ਦੇ ਮੁੱਲ ਨਹੀਂ ਪੈਂਦੇ। ਤਰਸ ਪਿਆ ਮਿਹਰਾਮਤ ਹੋਈ, ਦੋਵੇਂ ਇਕੱਠੀਆਂ ਆਉਂਦੀਆਂ ਨੇ। ਪਹਿਲਾਂ ਤਰਸ, ਤੇ ਤਰਸ ਤਾਂ ਹੁੰਦਾ ਬੰਦਾ ਹਾਰਦਾ, ਤੇ ਹਾਰਦਾ ਤਾਂ ਹੈ ਵੀ ਪਹਿਲਾਂ ਚੰਗੀ ਤਰ੍ਹਾਂ ਕਰਕੇ ਵੇਖ ਲੈਂਦਾ, ਤਾਂ ਹਾਰੇਗਾ। ਇਸ ਕਰਕੇ ਸ਼ਾਇਦ ਚੁਣ ਲੈਣਾ ਚਾਹੀਦਾ, ਸੋਚ ਲੈਣਾ ਚਾਹੀਦਾ, ਅਜੇ ਤੇ ਪਹਿਲੀ ਕਲਾਸ ਵਿੱਚ ਵੀ ਨਹੀਂ ਗਏ, ਅਜੇ ਤੇ ਸ਼ੁਰੂ ਵੀ ਨਹੀਂ ਕੀਤਾ ਜਪਜੀ ਸਾਹਿਬ ਪੜ੍ਹਨਾ, ਹਾਰੇ ਕਿੱਥੇ ਆ ਜੇ, ਹੁਣੇ ਕਹਿੰਦੇ ਪਹੁੰਚ ਗਏ, ਲੋੜ ਹੀ ਕੋਈ ਨਹੀਂ, ਮਨ ਸਾਫ਼ ਹੋਣਾ ਚਾਹੀਦਾ। ਕਹਿੰਦੇ ਕੀ ਲੋੜ ਹੈ ਕਿਸੇ ਚੀਜ਼ ਦੀ ਬਾਣੀ ਪੜ੍ਹਨ ਦੀ? ਅਸੀਂ ਅੰਦਰੋਂ ਗੁਣ ਧਾਰਨ ਕਰ ਲਏ ਨੇ ਜੀ, ਗੁਣ ਕਿਤੇ ਬਾਜ਼ਾਰ ਵਿੱਚੋਂ ਮਿਲਦੇ ਨੇ? ਇਹ ਗੁਣ ਇੰਨੀ ਜਲਦੀ ਮਿਲਦੇ ਹੁੰਦੇ? ਤੇ ਬਾਬੇ ਅਮਰਦਾਸ ਨੂੰ ਪੁੱਛੋ, 12 ਸਾਲ ਰਾਤ ਨੂੰ ਤੁਰੇ ਫਿਰੇ, ਭਾਈ ਮੱਝ ਨੂੰ ਪੁੱਛ ਕੇ ਵੇਖੋ, ਇਹ ਗੁਣ ਕਿਤਾਬਾਂ ਵਿੱਚੋਂ ਨਹੀਂ ਲੱਭਦੇ। ਜ਼ਿੰਦਗੀ ਦਾ ਇੱਕ ਇੱਕ ਕਤਰਾ ਗੁਰੂ ਦੇ ਪਿਆਰ ਵਿੱਚ ਲਾਉਣਾ ਪੈਂਦਾ, ਫਿਰ ਪ੍ਰਾਪਤ ਹੁੰਦੇ ਨੇ। ਇਸ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਤਰਸ ਆਇਆ ਵੀ ਵੇਖੋ ਬੰਦਾ ਪਾਪੀ ਬੜਾ, ਪਰ ਮੰਨ ਗਿਆ ਲੱਖੂ। ਉੱਠ ਕੇ ਬਾਂਹ ਫੜੀ, ਤੇ ਬਾਂਹ ਫੜ ਕੇ ਜਦੋਂ ਕੁੱਟਿਆ ਚੰਗੀ ਤਰ੍ਹਾਂ, ਇੱਕ ਨਜ਼ਰ ਮਾਰੀ ਖਿੱਚ ਕੇ, ਜਿਹਨੂੰ ਕਹਿੰਦੇ ਨੇ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਬਾਰ, ਦੇਰ ਨਾ ਲੱਗੀ, ਲੱਖੂ ਅਗਲੇ ਪਲ ਹੀ ਬ੍ਰਹਮ ਗਿਆਨੀ ਸੀ। ਅਗਲੇ ਪਲ ਅੰਦਰੋਂ ਧੁੱਪ ਗਿਆ, ਉਹ ਵੀ ਹੈਰਾਨ ਹੋ ਗਿਆ ਵੀ ਇਹ ਕੀ ਹੈ। ਸਿੱਧਾ ਡਾਇਰੈਕਟ ਕੁਝ ਨਹੀਂ ਕੀਤਾ, ਪਰ ਕੀਤਾ ਸੀ ਉਹਨੇ, ਉਹਦੇ ਵਿੱਚ ਇਰਾਦਾ ਬੜਾ ਵੱਡਾ ਸੀ। ਉਹ ਹਿਸਾਬੀ ਕਿਤਾਬੀ ਬੰਦੇ ਨਹੀਂ ਹੁੰਦੇ, ਸੋਚਦੇ ਨਹੀਂ ਰਹਿੰਦੇ ਪਿੱਛੋਂ ਵੀ ਪੁੱਛ ਕੇ ਆਵਾਂਗੇ ਜੀ, ਕਰਾਂਗੇ ਜੀ, ਵੇਖਾਂਗੇ ਜੀ। 20 ਸਾਲ ਹੋ ਗਏ ਸਾਨੂੰ ਸੋਚਦਿਆਂ ਨੂੰ, ਅਗਲੀ ਵਿਸਾਖੀ ਜੀ, ਅਗਲੀ ਵਿਸਾਖੀ। ਕਿੰਨੀਆਂ ਵਿਸਾਖੀਆਂ ਲੰਘ ਗਈਆਂ, ਹੁਣ ਤੇ ਤਰੀਕਾਂ ਵੀ ਬਦਲਣ ਲੱਗ ਪਈਆਂ ਵਿਸਾਖੀ ਦੀਆਂ, ਪਰ ਆਪਾਂ ਵਿਸਾਖੀ ਤੇ ਕੁਝ ਨਹੀਂ ਕੀਤਾ ਅਜੇ, ਸੋਚਦੇ ਲੰਘ ਗਈ ਸਾਰੀ ਉਮਰ। ਇਹ ਕੋਈ ਵਪਾਰੀਆਂ ਦਾ ਰਾਹ ਨਹੀਂ, ਤੇ ਜੁਆਰੀਆਂ ਦਾ ਸਿੱਧਾ ਸਿਰ ਦੇਣ ਵਾਲੀ ਘਟਨਾ ਹੈ, ਸੋਚਣ ਵਾਲਾ ਰਾਹ ਨਹੀਂ ਹੈ। ਇਸ ਲਈ ਗੁਰੂ ਸਾਹਿਬ ਕਹਿੰਦੇ, ਇਸ ਰਾਹ ਦੇ ਉੱਤੇ ਜੋ ਤੋ ਪ੍ਰੇਮ ਖੇਲਣ ਕਾ ਚਾਓ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਜੋ ਤੋ ਪ੍ਰੇਮ ਜੋ ਤੋ ਪ੍ਰੇਮ ਖੇਲਣ ਕਾ ਚਾਓ, ਜੋ ਤੋ ਪ੍ਰੇਮ ਖੇਲਣ ਕਾ ਚਾਓ। ਸਿਰ ਧਰ ਤਲੀ ਗਲੀ ਮੇਰੀ ਆਓ, ਸਿਰ ਧਰ ਤਲੀ ਗਲੀ ਮੇਰੀ ਆਓ, ਸਿਰ ਧਰ ਤਲੀ ਜੋ ਤੋ ਪ੍ਰੇਮ ਖੇਲਣ ਕਾ ਚਾਓ, ਜੋ ਤੋ ਪ੍ਰੇਮ ਖੇਲਣ ਕਾ ਚਾਓ।
ਪਾਛੈ ਪਾਉ ਨਾ ਦੀਜੀਐ, ਪਾਛੈ ਪਾਉ ਨਾ ਦੀਜੀਐ। ਆਗੇ ਹੋਏ ਸੋ ਹੋਏ, ਆਗੇ ਹੋਏ ਸੋ ਹੋਏ, ਆਗੇ ਹੋਏ। ਇਹ ਉਹ ਹੀ ਲੱਖੂ ਸੀ ਜਿਹਨੇ ਖੜੇ ਹੋ ਕੇ ਕਹਿ ਦਿੱਤਾ ਸੀ, ਬੁੱਧੂ ਤੇਰੀਆਂ ਇੱਟਾਂ ਨਹੀਂ ਪੱਕਣ ਦੇਣੀਆਂ, ਜੋ ਮਰਜ਼ੀ ਕਰ ਲੈ। ਇਹ ਉਹ ਵਿਸ਼ੇਸ਼ ਆਦਮੀ ਹੈ। ਮੈਂ ਬੇਨਤੀ ਕਰ ਰਿਹਾ ਸੀ, ਜਿਨ੍ਹਾਂ ਨੇ ਆਪਣੇ ਔਗਣਾਂ ਨੂੰ ਪ੍ਰਵਾਨ ਕੀਤਾ ਹੈ, ਗੁਰੂ ਨੇ ਉਹਨਾਂ ਦੇ ਅੰਦਰ ਨੂੰ ਗੁਰੂ ਸ਼ਬਦ ਨਾਲ ਧੋ ਦਿੱਤਾ, ਨਾਮ ਦੇ ਨਾਲ ਧੋਤਾ ਹੈ। ਆਓ ਰਹਿੰਦਾ ਸਮਾਂ ਆਪਾਂ ਗੁਰੂ ਸ਼ਬਦ ਨਾਲ ਸਾਂਝ ਪਾਈਏ। ਸਾਰਿਆਂ ਨੇ ਪਿਆਰ ਸਹਿਤ ਬੋਲਣ ਦਾ ਯਤਨ ਕਰਨਾ, ਚੌਂਕੜਾ ਮਾਰ ਕੇ, ਧਿਆਨ ਲਾ, ਕਿਉਂਕਿ ਮੈਂ ਵੇਖਣਾ ਇਹ ਤਾਂ ਫਾਇਦਾ ਹੁੰਦਾ ਜੇ ਇਕਾਗਰ ਹੋ ਕੇ ਕਰੀਏ। ਬਹੁਤ ਸਾਰੇ ਸਰੀਰ ਤਾਂ ਇਕਾਗਰ ਨੇ, ਪਰ ਵਿੱਚ ਵਿੱਚ ਜਿਹੜੇ ਨਵੇਂ ਆਉਂਦੇ ਉਹਨਾਂ ਨੂੰ ਪਤਾ ਨਹੀਂ, ਇੱਕ ਦੂਜੇ ਵੱਲ ਵੇਖਦੇ ਰਹਿੰਦੇ ਵੀ ਇਹ ਨਾਮ ਜਪ ਰਿਹਾ, ਇਹ ਕਹਿੰਦੇ ਭਗਤ ਬਣ ਗਿਆ, ਬਾਹਰ ਜਾ ਕੇ ਉਹਨੂੰ ਕਹਿਣਗੇ। ਇਹ ਸਮਾਂ ਨਹੀਂ ਗਾਉਣਾ ਚਾਹੀਦਾ। ਘੱਟੋ ਘੱਟ ਬਾਹਰ ਤਾਂ ਜੋ ਕਰਨਾ ਅਸੀਂ ਠੀਕ ਹੈ, ਘੱਟੋ ਘੱਟ ਇੱਥੋਂ ਵਾਲਾ ਕੰਮ ਠੀਕ ਕਰ ਲਈਏ। ਇਸ ਕਰਕੇ ਜੇ ਹੋ ਸਕੇ ਅੱਖ ਖੁੱਲੀ ਭਾਵੇਂ ਬੰਦ ਕਰਕੇ ਧਿਆਨ ਇਕਾਗਰ ਹੋਵੇ, ਔਰ ਸਾਰੇ ਬੋਲਿਆ ਕਰੋ, ਕਿਉਂਕਿ ਅੱਧੇ ਸਿੰਘ ਬੋਲਦੇ ਨੇ, ਅੱਧੇ ਨਹੀਂ, ਇਸ ਕਰਕੇ ਇਕਾਗਰਤਾ ਨਹੀਂ ਬਣਦੀ। ਔਰ ਇੱਕੋ ਆਵਾਜ਼ ਵਿੱਚ ਬੋਲਣਾ ਚਾਹੀਦਾ ਹੈ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਧ ਸੰਗਤ ਜੀ ਨਾ ਆਪ ਜੀ ਨੇ ਪ੍ਰਵਾਨ ਕਰ ਲੈਣਾ, ਸਮਾਂ ਉੱਤੇ ਜਾ ਰਿਹਾ ਹੈ ਔਰ ਇਹ ਸਾਰੀਆਂ ਘੜੀਆਂ ਗੁਰੂ ਨਾਨਕ ਦੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪ੍ਰਵਾਨ ਹੋਈਆਂ ਨੇ। ਸੋ ਬਾਕੀ ਪੌੜੀ ਜੋ ਇੱਕ ਅਰਥ ਰਹਿੰਦੇ ਹਨ ਕੱਲ੍ਹ ਨੂੰ ਯਤਨ ਕਰਾਂਗੇ ਗੁਰੂ ਕਿਰਪਾ ਦੁਆਰਾ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ।